ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹਨਾਂ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰ ਇਤਿਹਾਸ ਦੀਆਂ ਵਿਚਾਰਾਂ ਅੱਜ ਆਪਾਂ ਸਾਂਝੀਆਂ ਕਰਨ ਜਾ ਰਹੇ ਹਾਂ। ਸਾਡੇ ਨਾਲ ਭਾਈ ਸੁਖਜੀਤ ਸਿੰਘ ਕਨਈਆ ਮੁੱਖ ਪ੍ਰਚਾਰਕ ਬੁੱਢਾ ਦਲ ਅੱਜ ਦੀ ਵਿਚਾਰ ਵਿੱਚ ਸ਼ਾਮਿਲ ਹੋਏ ਨੇ। ਸਭ ਤੋਂ ਪਹਿਲਾਂ ਭਾਈ ਸਾਹਿਬ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ ਇੱਕ ਬੜੀ ਹੀ ਔਖੀ ਘਾਟੀ ਦਾ ਸਫ਼ਰ ਮੈਂ ਸਮਝਦਾ ਉਸ ਵੇਲੇ ਦਾ ਸੀ। ਸੋ ਅਸੀਂ ਚਾਹਾਂਗੇ ਕਿ ਉਸ ਵੇਲੇ ਦਾ ਗੁਰ ਇਤਿਹਾਸ, ਕਿਉਂਕਿ ਬੜਾ ਟਾਈਟ ਮਾਹੌਲ ਸੀ ਉਸ ਵੇਲੇ ਦਾ, ਪੰਚਮ ਪਾਤਸ਼ਾਹ ਦਾ ਲਾਹੌਰ ਜਾਣਾ, ਸੋ ਸਾਰਾ ਇਤਿਹਾਸ ਅਸੀਂ ਆਪ ਜੀ ਪਾਸੋਂ ਸਰਵਣ ਕਰਨਾ ਚਾਹਾਂਗੇ ਜੀ। ਏਕ ਨੂਰ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੇ ਦਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਹਾੜੇ ਦੀਆਂ ਬਹੁਤ ਬੇਅੰਤ ਵਧਾਈਆਂ ਵੀ ਦਿੰਦਾ, ਕਿਉਂਕਿ ਇਹ ਜੋ ਗੁਰਤਾ ਗੱਦੀ ਦਿਵਸ ਹੈ, ਇਸ ਪਾਵਨ ਪਵਿੱਤਰ ਦਿਹਾੜੇ ਤੋਂ ਇੱਕ ਨਿਵੇਕਲੀ ਸੋਚ ਦਾ ਵੀ ਜਿਹੜਾ ਪ੍ਰਕਾਸ਼ਮਾਨ ਹੋਇਆ। ਇਸ ਪਾਵਨ ਪਵਿੱਤਰ ਦਿਹਾੜੇ ਤੋਂ ਸਿੱਖ ਨੂੰ ਇੱਕ ਨਵੀਂ ਸੁਚੱਜੀ ਜੀਵਨ ਜਾਚ ਵੀ ਮਿਲਦੀ ਹੈ ਕਿ ਸੰਸਾਰ ਦੇ ਵਿੱਚ ਰਹਿ ਕਰਕੇ, ਸੰਸਾਰ ਦੇ ਵਿੱਚ ਸੁਚੱਜਾ ਜੀਵਨ ਜੀ ਕਰਕੇ ਨਿਰੰਕਾਰ ਦੇ ਦੇਸ਼ ਤੱਕ ਉਡਾਰੀ ਕਿਵੇਂ ਲਾਉਣੀ ਹੈ। ਕਿਉਂਕਿ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਸੰਸਾਰ ਦੇ ਤਖਤੇ ਤੇ ਪ੍ਰਗਟ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਨਿਆਰਾ ਪੰਥ ਚਲਾਇਆ ਜੀ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 10 ਜਾਮੇ ਧਾਰਨ ਕੀਤੇ ਉਸ ਖੁਦਾ ਦੀ ਨੂਰਾਨੀ ਜੋਤ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ, ਪ੍ਰਿਥਵੀ ਦਾ ਚੱਕਰ ਲਾਇਆ ਔਰ 4 ਉਦਾਸੀਆਂ ਕਰ ਕਰਕੇ ਸੰਤ ਬਲ ਤੋਂ ਸਾਰੀਆਂ ਸੰਗਤਾਂ ਨੂੰ, ਸਾਰੀ ਲੋਕਾਈ ਨੂੰ ਜਾਣੂ ਕਰਾਇਆ। ਸੰਤ ਬਲ ਤੋਂ ਭਾਵ ਕਿ ਸਿਮਰਨ ਦੀ ਸ਼ਕਤੀ, ਭਗਤੀ ਦੀ ਸ਼ਕਤੀ। ਕਿਉਂਕਿ ਸੰਸਾਰ ਦੇ ਵਿੱਚ 2 ਸ਼ਕਤੀਆਂ ਹਮੇਸ਼ਾ ਕੰਮ ਕਰਦੀਆਂ, ਇੱਕ ਸੰਤ ਬਲ ਤੇ ਇੱਕ ਰਾਜ ਬਲ। ਸੰਸਾਰ ਦੇ ਲੋਕ, ਦੁਨੀਆ ਦੇ ਲੋਕ 2 ਸ਼ਕਤੀਆਂ ਅੱਗੇ ਹਮੇਸ਼ਾ ਝੁਕਦੇ ਆਏ ਆ, ਇੱਕ ਸੰਤ ਲੋਕ ਅੱਗੇ ਤੇ ਇੱਕ ਰਾਜ ਲੋਕ ਅੱਗੇ। ਭਾਵ ਇੱਕ ਤੇ ਉਹ ਜਿਹੜੇ ਫਕੀਰ ਨੇ ਜਿਨ੍ਹਾਂ ਕੋਲ ਅਧਿਆਤਮਕ ਤਾਕਤ ਹੈ, ਜਿਨ੍ਹਾਂ ਕੋਲ ਸੰਤ ਬਲ ਹੈ, ਜਿਨ੍ਹਾਂ ਕੋਲ ਭਗਤੀ ਹੈ, ਤੇ ਇੱਕ ਉਹ ਜਿਨ੍ਹਾਂ ਦੀ ਸਰਕਾਰ ਹੋਵੇ, ਜਿਸ ਹੀ ਕੀ ਸਰਕਾਰ ਤੇ ਸਹੀ ਕਾ ਸਭ ਕੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਨੇ। ਭਾਵ ਕਿ ਇਹਨਾਂ ਦੋਵਾਂ ਤਾਕਤਾਂ ਅੱਗੇ ਲੋਕ ਝੁਕਦੇ ਆਏ, ਪਰ ਸਮੇਂ ਅਨੁਸਾਰ ਇਹਨਾਂ ਦੇ ਵਿੱਚ ਜਦੋਂ ਗਿਰਾਵਟ ਆਈ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤ ਬਲ ਦੀ ਸ਼ਕਤੀ ਤੋਂ ਪਹਿਲਾਂ ਜਾਣੂ ਕਰਾਇਆ ਔਰ 4 ਉਦਾਸੀਆਂ ਕੀਤੀਆਂ। ਉਪਰੰਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਦੇ ਨਾਲ ਲਾ ਕਰਕੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਉਜਾਗਰ ਕੀਤਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਭਾਈ ਜੱਠਾ ਜੀ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਉਜਾਗਰ ਕੀਤਾ। ਅੱਜ ਵੀ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੀਆਂ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰੋਂ ਘਰੋਂ ਆਪਣੀਆਂ ਝੋਲੀਆਂ ਭਰਾਉਂਦੀਆਂ। ਉਪਰੰਤ ਬੋਹਿਥਾ ਬਾਣੀ ਕਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਪ੍ਰਥਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਆ ਕਿ ਅਰਜਨ ਸ਼ਬਦ ਜਹਾਜ ਗੁਰੂ ਪਦ ਪੰਕਜ ਸਭ ਸ੍ਰੇਸ਼ਟ ਉਧਾਰੇ। ਸੰਤ ਬਲ ਤੋਂ ਜਾਣੂ ਕਰਾਉਣਾ ਸੀ ਨਾ, ਇਸੇ ਕਰਕੇ 4 ਜਾਮਿਆਂ ਦੇ ਵਿੱਚ ਪਹਿਲਾਂ ਭਗਤੀ ਭਾਵਨਾ, ਨਿਮਰਤਾ ਭਾਵਨਾ ਜਗਾਈ, ਸੰਤ ਬਲ ਦੀ ਭਾਵਨਾ ਜਗਾਈ, ਸੰਤ ਬਲ ਤੋਂ ਜਾਣੂ ਕਰਾਇਆ ਤੇ 5ਵੇਂ ਜਾਮੇ ਦੇ ਵਿੱਚ ਫਿਰ ਉਹ ਸੰਤ ਬਲ ਧਾਰਨ ਕਿਵੇਂ ਕੀਤਾ ਜਾਵੇ, ਸੰਤ ਬਣਿਆ ਕਿਵੇਂ ਜਾਵੇ, ਤਾਂ 5ਵੇਂ ਜਾਮੇ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ, ਪੋਥੀ ਪਰਮੇਸ਼ਰ ਕਾ ਥਾਨ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਕਿ ਐਸੀ ਬਰਕਤ, ਐਸੀ ਕਲਾ ਇਸ ਪੋਥੀ ਪਰਮੇਸ਼ਰ ਕਾ ਥਾਨ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ ਕਿ ਜੇਕਰ ਕੋਈ ਭਾਵਨਾ ਦੇ ਨਾਲ ਸ਼ਬਦ ਦਾ ਅਭਿਆਸ ਕਰੇ
ਤੇ ਨਿਰੰਕਾਰ ਦੇ ਦੇਸ਼ ਤੱਕ ਉਡਾਰੀ ਜ਼ਰੂਰ ਲਗਾ ਸਕਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਦਿ ਗ੍ਰੰਥ ਦੀ ਸੰਪਾਦਨਾ ਕੀਤੀ, ਉਪਰੰਤ ਸਰਕਾਰਾਂ ਦੇ ਕੰਨ ਭਰੇ ਗਏ। ਕਿਉਂਕਿ ਵੇਖੋ, ਜਦੋਂ ਵੀ ਕੋਈ ਸੱਚ ਦੀ ਆਵਾਜ਼ ਚੁੱਕਦਾ ਹੈ, ਜਦੋਂ ਵੀ ਕੋਈ ਕਿਸੇ ਦੀ ਮਰੀ ਹੋਈ ਜ਼ਮੀਰ ਨੂੰ ਜਗਾਉਣ ਦੀ ਗੱਲ ਕਰਦਾ ਹੈ, ਤਾਂ ਹਮੇਸ਼ਾ ਸਰਕਾਰਾਂ ਉਹਦੇ ਵਿਰੁੱਧ ਹੁੰਦੀਆਂ ਰਹਿੰਦੀਆਂ ਨੇ। ਤੇ ਇੱਥੇ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਮੌਕੇ ਦੀ ਹਕੂਮਤ ਦੇ ਉੱਤੇ ਬਹੁਤ ਵੱਡੀ ਚੋਟ ਲਗਾ ਰਹੇ ਸਨ। ਕਿਉਂਕਿ ਜਿੱਥੇ ਸਤਿਗੁਰੂ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ, ਉੱਥੇ ਵੀ ਇਤਿਹਾਸ ਦੇ ਵਿੱਚ ਬਚਨ ਮਿਲਦੇ ਆ ਕਿ ਲਾਹੌਰ ਦੀ ਧਰਤੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਦਵਾਖਾਨੇ ਵੀ ਖੋਲੇ, ਵੀ ਗਰੀਬਾਂ ਲੋੜਵੰਦਾਂ ਦੇ ਲਈ ਦਵਾਖਾਨੇ, ਜਿਨ੍ਹਾਂ ਦੇ ਕੋਲ ਇਹ ਮਤਲਬ ਕਿ ਵਿਵਸਥਾ ਨਹੀਂ ਦਵਾ ਲੈਣ ਦੀ, ਉਹ ਇੱਥੋਂ ਆਉਣ, ਦਵਾ ਲੈ ਕਰਕੇ ਆਪਣੀ ਦੇਹੀ ਅਰੋਗਤਾ ਕਰਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਾਧਾ ਪ੍ਰਤਾਪ ਸਰਕਾਰਾਂ ਤੋਂ ਬਰਦਾਸ਼ਤ ਨਾ ਹੋਇਆ। ਅੰਤ ਉਹੀ ਹੁੰਦਾ ਆਇਆ ਜੋ ਸਦੀਆਂ ਤੋਂ ਚੱਲ ਰਿਹਾ ਸੀ ਕਿ ਸੱਚ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ ਜਦੋਂ ਫਤਵਾ ਮੌਕੇ ਦੀ ਬਾਦਸ਼ਾਹਤ ਵੱਲੋਂ ਐਲਾਨ ਹੋਇਆ, ਤੇ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਇਹ ਗੁਰਗੱਦੀ ਦਿਵਸ ਸਿੱਖ ਨੂੰ ਇੱਕ ਜੀਵਨ ਜਾਚ ਸਿਖਾਉਂਦਾ, ਸੁਚੱਜੀ ਤੇ ਨਿਵੇਕਲੀ। ਬਿਲਕੁਲ, ਆਪਾਂ ਇੱਥੇ ਦੇਖਦੇ ਹਾਂ ਭਾਈ ਸਾਹਿਬ ਸਾਡੇ ਨਾਲ ਗੁਰੂ ਇਤਿਹਾਸ ਦੀ ਸਾਂਝ ਕਰਦੇ ਪਏ ਨੇ। ਜਦ ਪਹਿਲੇ ਪੰਜ ਪਾਤਸ਼ਾਹੀਆਂ ਦਾ ਗੁਰੂ ਇਤਿਹਾਸ ਜਿੱਥੇ ਆਪਾਂ ਦ੍ਰਿਸ਼ਟੀਗੋਚਰ ਕੀਤਾ, ਉਹਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਵੱਲੋਂ ਪੜਾਅ ਦਰ ਪੜਾਅ ਜੋ ਗੁਰਸਿੱਖੀ ਦੀਆਂ ਮੰਜ਼ਿਲਾਂ ਸਰ ਕਰਦੇ ਹੋਏ ਅੱਗੇ ਜਿਵੇਂ ਵਧਿਆ ਜਾ ਰਿਹਾ ਸੀ। ਵੇਖੋ, ਗੁਰਮੁਖੀ ਲਿਪੀ ਪ੍ਰਾਪਤ ਹੋਈ, ਕੇਂਦਰੀ ਅਸਥਾਨ ਸਾਨੂੰ ਪ੍ਰਾਪਤ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋ ਗਏ। ਸੋ ਇਸ ਚੜ੍ਹਦੀ ਕਲਾ ਨੂੰ ਜਿੱਥੇ ਮੱਲ ਅਖਾੜੇ ਸਥਾਪਿਤ ਹੋ ਚੁੱਕੇ ਸਨ, ਸਰੀਰਕ ਤੇ ਆਤਮਿਕ ਦੋਨੋਂ ਤੰਦਰੁਸਤੀਆਂ ਦੇ ਨਾਲ ਸਿੱਖੀ ਦੀ ਚੜ੍ਹਦੀ ਕਲਾ ਜੋ ਬਣਦੀ ਪਈ ਸੀ, ਉਸ ਨੂੰ ਲੈ ਕੇ ਈਰਖਾ ਵਧਣੀ ਇੱਕ ਕੁਦਰਤੀ ਵਰਤਾਰਾ ਹੈ। ਕਿਉਂਕਿ ਜਿਹੜਾ ਪਹਿਲਾਂ ਬੈਠਾ ਹੁੰਦਾ ਹੈ ਉਹਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਮੇਰੇ ਵਾਸਤੇ ਕੋਈ ਖਤਰਾ ਬਣ ਜਾਏਗਾ। ਸੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਇਹ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਸੀ ਜਦੋਂ ਆਪ ਜੀ ਮੱਕੇ ਗਏ ਨੇ। ਤੇ ਇਹ ਜਿਹੜੇ ਮੁਕਾਬਲੇਬਾਜ਼ੀ ਦੀ ਜਿਹੜੀ ਭਾਵਨਾ, ਇਹ ਜਿਹੜੀ ਬਹੁਤ ਪੁਰਾਣੀ ਹੈ। ਪਰ ਜੋ ਗੁਰੂ ਨਾਨਕ ਸਾਹਿਬ ਜੀ ਦਾ ਉੱਤਰ ਹੈ, ਭਾਈ ਗੁਰਦਾਸ ਜੀ ਨੇ ਜੋ ਬਿਆਨ ਕੀਤਾ ਕਿ ਕਰਨ ਵਖੀਲੀ ਆਪ ਵਿੱਚ ਰਾਮ ਰਹੀਮ ਕਥਾएं ਖਲੋਈ, ਇਹ ਉਪਦੇਸ਼ ਮੈਂ ਸਮਝਦਾ ਕਿ ਬੜਾ ਵੱਡਾ ਸੀ, ਪਰ ਸੁਣਨ ਵਾਲਿਆਂ ਨੂੰ ਸ਼ਾਇਦ ਉਹਨਾਂ ਹਜ਼ਮ ਨਹੀਂ ਸੀ ਹੋ ਪਾ ਰਿਹਾ। ਜਹਾਂਗੀਰ ਵਰਗਾ ਜਿਹੜਾ ਮੁਤਸਬੀ ਜਦੋਂ ਉਹਨੂੰ ਆਪਣੀ ਗੱਦੀ ਦੇ ਉੱਤੇ ਜਦ ਬੈਠਦਾ ਹੋ, ਤੇ ਉਸ ਤੋਂ ਬਾਅਦ ਉਹਨੇ ਇਹ ਸਾਰਾ ਘਟਨਾਕ੍ਰਮ ਜਿਹੜਾ ਉਹਨੂੰ ਅੰਜਾਮ ਦਿੱਤਾ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹਨੇ ਆਪ ਤੁਝਕੇ ਜਹਾਂਗੀਰੀ ਦੇ ਵਿੱਚ ਜੋ ਲਿਖਿਆ ਕਿ ਇਸ ਨੂੰ ਝੂਠ ਦੀ ਦੁਕਾਨ ਕਹਿ ਕੇ ਉਹਨੇ ਸੰਬੋਧਨ ਕੀਤਾ ਕਿ ਮੈਂ ਇਹਨੂੰ ਖਤਮ ਕਰਨੀ ਚਾਹੁੰਦਾ। ਸੋ ਇਹ ਈਰਖਾਬਾਜ਼ੀ ਤੇ ਰਾਜਸੀ ਜਿਹੜੀ ਸੱਤਾ ਉਹਨਾਂ ਦੇ ਕੰਨ ਭਰਨੇ, ਇਹ ਬਹੁਤ ਪੁਰਾਣੀ ਕਹਾਣੀ ਹੈ, ਪਰ ਇੱਥੇ ਇਹਦਾ ਅਸਰ ਜਿਹੜਾ ਸਾਡੇ ਸਾਹਮਣੇ ਪ੍ਰਤੱਖ ਹੁੰਦਾ ਹੈ। ਜੀ ਭਾਈ ਸਾਹਿਬ ਜੀ, ਜਿਸ ਤਰ੍ਹਾਂ ਆਪ ਜੀ ਨੇ ਬਚਨ ਕੀਤਾ ਕਿ ਮੌਕੇ ਦੀ ਬਾਦਸ਼ਾਹਤ ਨੇ ਜਹਾਂਗੀਰ ਨੇ ਝੂਠ ਦੀ ਦੁਕਾਨ ਕਿਹਾ ਗਿਆ ਸੀ, ਉਹਦੇ ਫਾਰਸੀ ਦੇ ਵਿੱਚ ਉਹਨੇ ਫਤਵੇ ਜਾਰੀ ਕੀਤੇ ਸਨ ਕਿ ਅਸੇ ਚਹਾਰ ਪੁਸ਼ਤ ਹੋਈ ਦੁਕਾਨ ਰਾ ਗਰਮ ਮਦਾਸ਼ਤਨ। ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨੇ ਸ਼ਬਦ ਝੂਠ ਦੀ ਦੁਕਾਨ ਵਰਤੇ, ਕਿਉਂਕਿ ਅਕਸਰ ਸੱਚ ਨੂੰ ਝੂਠ ਕਹਿ ਕਰਕੇ ਪੇਸ਼ ਕੀਤਾ ਜਾਂਦਾ ਵਾ। ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਸ਼ਹਾਦਤ ਦੇਣੀ ਸੀ, ਕਿਉਂਕਿ ਮਹਾਰਾਜ ਨੇ ਹੁਣ ਸੰਤ ਬਲ ਦੀ ਤਾਕਤ ਤੋਂ ਜਾਣੂ ਕਰਵਾਉਣਾ ਸੀ ਕਿ ਸੰਤ ਬਲ ਦੀ ਤਾਕਤ ਕੀ ਹੈ। ਸੰਤ ਬਲ ਦੀ ਤਾਕਤ ਇਹ ਨਹੀਂ ਕਿ ਕੋਈ ਗ੍ਰਿਫਤਾਰੀ ਦੇ ਜਾਂ ਕਤਲ ਕਰਨ ਦੇ ਕੋਈ ਹੁਕਮ ਸੁਣਾ ਦੇਵੇ ਤੇ ਸੰਤ ਬਲ ਡੋਲ ਜਾਂਦਾ ਹੈ। ਸੰਤ ਬਲ ਕਦੇ ਡੋਲਦਾ ਨਹੀਂ, ਕਿਉਂਕਿ ਸੰਤ ਆਪਣਾ ਆਪ ਮਿਟਾ ਕਰਕੇ ਫਿਰ ਉਸ ਸੰਤ ਬਲ ਦੀ ਪਦਵੀ ਨੂੰ ਪ੍ਰਾਪਤ ਕਰਦਾ। ਭਾਵੇਂ ਤੱਤੀ ਤਵੀ ਤੇ ਵੀ ਬੈਠਣਾ ਪੈ ਜਾਵੇ, ਪਰ ਸੰਤ ਬਲ ਕਦੇ ਵੀ ਪਾਏ ਆਪਣੇ ਅਕੀਦਿਆਂ ਤੋਂ ਮੁਨਕਰ ਨਹੀਂ ਹੁੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿਖੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਸ਼ਨ ਹੁੰਦਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਬੋਲ ਵੀ ਹੁੰਦੇ ਆ ਕਿ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਇਹ ਚਿਰੰਜੀਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਕੀਤੇ ਸਨ, ਕਿਉਂਕਿ ਚਿਰੰਜੀਵੀ ਸਤਿਗੁਰੂ ਹੈ।
ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਸੋ ਇਸੇ ਚਿਰੰਜੀਵੀ ਸਤਿਗੁਰੂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕਰਨੀਆਂ ਸਨ ਤੇ ਸੰਤ ਬਲ ਤੋਂ ਜਾਣੂ ਹੋਏ ਗੁਰੂ ਕੇ ਸਿੱਖਾਂ ਨੂੰ ਰਾਜ ਬਲ ਤੋਂ ਵੀ ਜਾਣੂ ਕਰਾਉਣਾ ਸੀ। ਭਾਵ ਜੀ ਪੀਰੀ ਦੇ ਨਾਲ ਨਾਲ ਮੀਰੀ ਤੋਂ ਵੀ ਜਾਣੂ ਕਰਾਉਣਾ ਸੀ। ਪੀਰੀ ਦੇ ਨਾਲ ਨਾਲ ਮੀਰੀ ਵੀ ਧਾਰਨ ਕਰਾਉਣੀ ਸੀ ਗੁਰੂ ਕੇ ਸਿੱਖਾਂ ਨੂੰ। ਤੇ ਇਤਿਹਾਸ ਦੇ ਬੋਲ ਨੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹਾਦਤ ਦੇ ਉੱਪਰ ਜਾਣ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਅਤੇ ਧੰਨ ਧੰਨ ਭਾਈ ਗੁਰਦਾਸ ਸਾਹਿਬ ਜੀ ਇਹਨਾਂ ਦੇ ਨਿਕਟ ਸਜਦੇ ਨੇ, ਗੁਰੂ ਕੀਆਂ ਸਿੱਖ ਸੰਗਤਾਂ ਸਜਦੀਆਂ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਨ ਕਰਦੇ ਨੇ ਕਿ ਗੁਰਤਾ ਗੱਦੀ ਪਰ ਬੈਠਣ ਜੋਗ ਦੇਹ ਦੁਸ਼ਟਨ ਕੇ ਘਰ ਸੋਗ ਬ੍ਰਿਧ ਨੇ ਭਾਖਿਓ ਜੋਤ ਤੁਮਾਰੀ ਹੋਏ ਵੀਰ ਸਤ ਆਯੁਧ ਭਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਜੀ ਨੂੰ ਪੁੱਛਦੇ ਨੇ ਕਿ ਕੀ ਸਾਹਿਬਜ਼ਾਦਾ ਹੁਣ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਹੋਣ ਦੇ ਯੋਗ ਹੋ ਚੁੱਕੇ ਨੇ, ਗੁਰਗੱਦੀ ਦੇ ਯੋਗ ਹੋ ਚੁੱਕੇ ਨੇ? ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਸਤਰ ਵਿੱਦਿਆ ਤੇ ਸ਼ਾਸਤਰ ਵਿੱਦਿਆ ਦੀ ਸਿਖਲਾਈ ਲਈ ਵੀ ਨਿਯੁਕਤ ਕੀਤਾ ਸੀ। ਇਤਿਹਾਸ ਦੇ ਬੋਲ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 72 ਪ੍ਰਕਾਰ ਦੀ ਸ਼ਸਤਰ ਵਿੱਦਿਆ ਸਿੱਖੀ ਸੀ। ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਦੀ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਮਾਈ। ਬਹੁਤ ਸਨਮਾਨ ਗੁਰੂ ਘਰ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਰਿਹਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਕਿ ਗੁਰਤਾ ਗੱਦੀ ਤੇ ਬੈਠਣ ਯੋਗ ਹੈ ਨੇ ਕਿ ਨਹੀਂ, ਕਿ ਇਹ ਦੁਸ਼ਟਾਂ ਦਾ ਸੋਧਾ ਲਾ ਸਕਣਗੇ ਕਿ ਨਹੀਂ? ਤਾਂ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਨਿਮਰਤਾ ਦੇ ਘਰ ਦੇ ਵਿੱਚ ਹੱਥ ਜੋੜ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਚਨ ਕਰਨ ਲੱਗੇ ਕਿ ਪਾਤਸ਼ਾਹ ਇਹ ਵੀ ਤੁਸਾਂ ਦੀ ਜੋਤੀ ਹੈ, ਇਸ ਜੋਤ ਦੇ ਵਿੱਚ ਵੀ ਤੁਸਾਂ ਨੇ ਵਰਤ ਕੇ ਹੀ ਇੱਕ ਆਯੁੱਧ ਭਾਰੀ ਭਾਵ ਕੇ ਵੱਡੇ ਅਯੁੱਧ ਦੀ ਰਚਨਾ ਕਰਨੀ ਹੈ। ਵੇਖੋ ਕੈਸੀ ਭਾਵਨਾ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ, ਕਿ ਉਹ ਭਾਵਨਾ ਅੱਜ ਵੀ ਗੁਰੂ ਕੇ ਸਿੱਖ ਦੀ ਹੋਵੇ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੁੱਛ ਰਹੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਦੀ ਦੇ ਬੈਠਣ ਯੋਗ ਹੈ ਨੇ ਕਿ ਨਹੀਂ, ਕਿ ਉੱਤਰ ਦਿਓ। ਪਰ ਬਾਬਾ ਬੁੱਢਾ ਸਾਹਿਬ ਨੇ ਉੱਥੇ ਦੋਵਾਂ ਨੂੰ ਵੱਖਰੇ ਨਹੀਂ ਸਮਝਿਆ। ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ 'ਚ ਫਰਕ ਨਹੀਂ ਸਮਝਿਆ, ਬਲਕਿ ਕਿਹਾ ਪਾਤਸ਼ਾਹ ਵੀ ਤੁਸਾਂ ਦੀ ਜੋਤ ਹੈ ਤੇ ਇਸ ਜੋਤ ਦੇ ਵਿੱਚ ਵੀ ਤੁਸਾਂ ਨੇ ਹੀ ਵਰਤਣਾ ਏ, ਤੁਸਾਂ ਨੇ ਹੀ ਸ਼ਸਤਰ ਧਾਰੀ ਹੋਣ ਦੇ ਹੁਕਮ ਦੇਣੇ ਨੇ। ਭਾਵ ਇਹੋ ਭਾਵਨਾ ਅੱਜ ਵੀ ਗੁਰੂ ਕੇ ਸਿੱਖ ਦੇ ਵਿੱਚ ਹੋਵੇ ਕਿ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿੱਚ ਵਰਤੀ, ਜਿਹੜੀ ਜੋਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਵਰਤੀ, ਜਿਹੜੀ ਜੋਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 'ਚ ਵਰਤੀ, ਜਿਹੜੀ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਵਰਤੀ, ਅੱਜ ਉਹੀ ਜੋਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵਰਤੀ। ਸੋ ਭਾਈ ਸੁਖਜੀਤ ਸਿੰਘ ਕਨਈਆ ਨੇ ਬਿਲਕੁਲ ਬਹੁਤ ਖੂਬੀ ਸਾਡਾ ਇੱਕ ਬੜੇ ਹੀ ਜ਼ਰੂਰੀ ਨੁਕਤੇ ਵੱਲ ਧਿਆਨ ਦਿਵਾਇਆ ਕਿ ਜੋ ਤੋਹਾ ਜੁਗਤ ਸਾਇ ਸੈ ਕਾਇਆ ਫੇਰ ਪਲਟੀ ਹੈ। ਜੋਤ ਉਹੀ ਹੈ, ਜੁਗਤੀ ਵੀ ਉਹੀ ਹੈ, ਪਰ ਜਿਹੜਾ ਸਾਡੇ ਮਨ ਦੀ ਜਿਹੜੀ ਸ਼ਰਧਾ ਜਿੱਥੇ ਕਮਜ਼ੋਰ ਪਈ ਹੈ ਉੱਥੇ ਸਾਨੂੰ ਮਹਿਸੂਸ ਹੁੰਦਾ ਹੈ। ਪਰ ਜੇਕਰ ਦੇਖਿਆ ਜਾਏ ਤੇ ਜਿਹੜੀ ਕਲਾ ਗੁਰੂ ਨਾਨਕ ਸਾਹਿਬ ਜੀ ਵਰਤਾ ਰਹੇ ਸੀ, ਗੁਰੂ ਅਰਜਨ ਸਾਹਿਬ ਵਰਤਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਵਰਤਾ ਰਹੇ ਜਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਤਾ ਰਹੇ ਨੇ, ਉਹੀ ਕਲਾ ਗੁਰੂ ਗ੍ਰੰਥ ਸਾਹਿਬ ਜੀ ਵੀ ਵਰਤਾ ਸਕਦੇ ਨੇ, ਵਰਤਾਉਂਦੇ ਵੀ ਨੇ। ਪਰ ਉਹਨਾਂ ਦੇ ਵਾਸਤੇ ਜਿਹਨੇ ਉਸ ਰੂਪ ਦੇ ਵਿੱਚ ਸਮਰਪਿਤ ਹੁੰਦੇ ਨੇ, ਜਿਹੜੇ ਉਸੇ ਰੂਪ ਦੇ ਵਿੱਚ ਦਰਸ਼ਨ ਕਰਦੇ ਨੇ, ਜੋ ਤੋਹਾ ਜੁਗਤ ਸਾਇ ਸੈ ਕਾਇਆ ਫਿਰ ਪਲਟੀ ਹੈ। ਸੋ ਅੱਜ ਵੀ ਉਹੀ ਜੋਤ ਜਗਦੀ ਪਈ ਹੈ ਤੇ ਭਾਵਨਾ ਵਾਲੇ ਝੋਲੀਆਂ ਭਰਦੇ ਨੇ, ਪਰ ਇੱਕ ਬੜਾ ਵੱਡਾ ਜਿਹੜਾ ਵਾ ਜ਼ੋਰ ਲੱਗਿਆ ਹੋਇਆ। ਮੈਂ ਸਮਝਦਾ ਭਾਈ ਕਨਈਆ ਜੀ ਮੇਰੇ ਨਾਲ ਸਹਿਮਤ ਹੋਣਗੇ ਕਿ ਬਹੁਤ ਸਾਰਾ ਇੱਕ ਜ਼ੋਰ ਲੱਗਾ ਹੋਇਆ, ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਲੱਗੀਆਂ ਨੇ ਕਿ ਸਿੱਖਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੋਂ ਘਟਾ ਦਿੱਤੀ ਜਾਏ, ਕਿਸੇ ਨਾ ਕਿਸੇ ਢੰਗ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਰਧਾ ਘਟਾ ਦਿੱਤੀ ਜਾਏ। ਇਹ ਸਾਰਾ ਜਿਹੜਾ ਵਾ ਵਰਤਾਰਾ ਮੈਂ ਸਮਝਦਾ ਕਿ ਅੱਜ ਸਮੇਂ ਦੀ ਲੋੜ ਆ ਕਿ ਅਸੀਂ ਇੱਕ ਕਰਾਰਾ ਜਵਾਬ, ਜਿੱਦਾਂ ਸਾਡੇ ਬਜ਼ੁਰਗ ਅਬਦਾਲੀ ਵਰਗੇ ਧਾੜਵੀਆਂ ਨੂੰ ਕਰਾਰਾ ਜਵਾਬ ਦਿੰਦੇ ਸੀ ਨਾ ਮੂੰਹ ਮੋੜ ਕੇ, ਅੱਜ ਸਾਨੂੰ ਇੱਕ ਕਰਾਰਾ ਜਵਾਬ ਦੇਣਾ ਬਣਦਾ ਹੈ ਉਹਨਾਂ ਗੁਰੂ ਦੋਖੀਆਂ ਨੂੰ ਜਿਹੜੇ ਕਿ ਸਾਡੀ ਸ਼ਰਧਾ ਦੇ ਉੱਤੇ ਵਾਰ ਕਰਦੇ ਪਏ ਨੇ। ਗੁਰੂ ਸਾਹਿਬ ਕਿਰਪਾ ਕਰਨ ਐਸੇ ਦਿਹਾੜੇ ਜਿਹੜੇ ਅਸੀਂ ਮਨਾ ਰਹੇ ਹਾਂ ਸਾਡੀ ਸ਼ਰਧਾ ਹੋਰ ਉੱਚੀ ਹੋਏ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਆਪਾਂ ਭਾਈ ਸੁਖਜੀਤ ਸਿੰਘ ਕਨਈਆ ਬੁੱਢਾ ਦਲ ਦੇ ਹੈੱਡ ਪ੍ਰਚਾਰਕ ਨੇ ਉਹਨਾਂ ਪਾਸੋਂ ਸਰਵਣ ਕਰਦੇ ਪਏ ਹਾਂ। ਜੀ ਭਾਈ ਸਾਹਿਬ, ਸਰਵਣ ਕਰਦੇ ਪਏ। ਜੀ ਭਾਈ ਸਾਹਿਬ।
ਜੀ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਹੁਣ ਬਚਨ ਕੀਤਾ ਕਿ ਅੱਜ ਜ਼ੋਰ ਜਿਹੜਾ ਲੱਗ ਰਿਹਾ ਕਿ ਗੁਰੂ ਪ੍ਰਤੀ ਸ਼ਰਧਾ ਭਾਵਨਾ ਘਟਾਉਣ ਤੇ ਲੱਗ ਰਿਹਾ। ਵੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਅੱਜ ਜਦੋਂ ਵੀ ਕੋਈ ਹਵਾ ਚੱਲਦੀ ਹੈ, ਕੋਈ ਲਹਿਰ ਚੱਲਦੀ ਹੈ, ਹਮੇਸ਼ਾ ਧਰਮ ਦਾ ਖੰਡਨ ਕਰਨ ਲਈ ਚੱਲਦੀ ਹੈ। ਪਰਮਾਤਮਾ ਪ੍ਰਤੀ ਭਾਵਨਾ, ਵਿਸ਼ਵਾਸ ਤੋੜਨ ਲਈ ਚੱਲਦੀ ਹੈ, ਸ਼ਰਧਾ ਤੋੜਨ ਲਈ ਚੱਲਦੀ ਹੈ। ਕਿਉਂ? ਕਿਉਂਕਿ ਆਪਾਂ ਇਤਿਹਾਸ ਵੀ ਜੇਕਰ ਪੜਾਂਗੇ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼ੁਭਾਇਮਾਨ ਹੁੰਦੇ ਨੇ ਤੇ ਮਹਾਰਾਜ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ। ਕਿਉਂਕਿ ਇੱਕ ਪਾਸੇ ਸੰਤ ਬਲ ਸੀ, ਇੱਕ ਪਾਸੇ ਰਾਜ ਬਲ ਸੀ। ਰਾਜ ਬਲ ਅਤਿਆਚਾਰ ਕਰਦਾ ਸੀ ਤੇ ਸੰਤ ਬਲ ਉਹ ਸੰਸਾਰ ਤੋਂ ਰਿਸ਼ਤਾ ਤੋੜ ਕੇ, ਸੰਸਾਰ ਤੋਂ ਨਾਤਾ ਤੋੜ ਕੇ ਆਪਣੀ ਮੌਜ ਵਿੱਚ ਵਿਚਰ ਰਿਹਾ ਸੀ। ਪਰ ਮਹਾਰਾਜ ਨੇ ਇਹਨਾਂ ਦੋਵਾਂ ਦਾ ਸੁਮੇਲ ਕਰ ਦਿੱਤਾ ਕਿ ਜਦੋਂ ਸੰਤ ਬਲ ਦੇ ਕੋਲ ਰਾਜ ਬਲ ਹੋਵੇਗਾ ਤੇ ਸੰਸਾਰ ਤੇ ਅਤਿਆਚਾਰ ਨਹੀਂ ਹੋਣਗੇ, ਸੰਸਾਰ ਤੇ ਜ਼ੁਲਮ ਨਹੀਂ ਹੋਵੇਗਾ, ਹਰ ਇੱਕ ਦੀ ਪੁਕਾਰ ਸੁਣੀ ਜਾਵੇਗੀ, ਹਰ ਇੱਕ ਦੀ ਲੋੜ ਪੂਰੀ ਕੀਤੀ ਜਾਵੇਗੀ। ਤੇ ਅੱਜ ਕੀ ਹੋ ਰਿਹਾ? ਅੱਜ ਉਸੇ ਸੰਤ ਬਲ ਤੇ ਰਾਜ ਬਲ ਨੂੰ ਖਤਮ ਕਰਨ ਲਈ ਗੁਰੂ ਘਰ ਪ੍ਰਤੀ ਜਾਂ ਗੁਰੂ ਸਾਹਿਬ ਪ੍ਰਤੀ, ਪਰਮਾਤਮਾ ਪ੍ਰਤੀ, ਭਗਵਾਨ ਪ੍ਰਤੀ ਭਾਵਨਾ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ। ਪਰ ਨਹੀਂ, ਆਪਾਂ ਨੂੰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ, ਆਪਣੀ ਅਵਸਥਾ, ਆਪਣੀ ਭਾਵਨਾ, ਸ਼ਰਧਾ ਪੁਰਾਤਨ ਗੁਰਸਿੱਖਾਂ ਜਿਹੀ ਬਣਾਉਣੀ ਚਾਹੀਦੀ ਹੈ, ਬਾਬਾ ਬੁੱਢਾ ਸਾਹਿਬ ਜਿਹੀ ਬਣਾਉਣੀ ਚਾਹੀਦੀ ਹੈ, ਭਾਈ ਪੈੜਾ ਜਿਹੀ ਬਣਾਉਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਸਾਹਮਣੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਪ੍ਰਸ਼ਨ ਕਰ ਰਹੇ ਹੋਣ, ਪਰ ਉਹ ਇਹ ਗੱਲ ਕਹਿ ਰਹੇ ਹੋਣ ਕਿ ਉਹੀ ਜੋਤ ਹੈ, ਪਾਤਸ਼ਾਹ ਤੁਸਾਂ ਦੀ ਜੋਤ ਹੀ ਇਹਨਾਂ ਦੇ ਵਿੱਚ ਵਰਤੇਗੀ। ਤੇ ਮੈਂ ਬੇਨਤੀ ਇੱਕ ਹੋਰ ਕਰਾਂ ਕਿ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਉਹ ਜੋਤ ਵਰਤਦੀ ਹੈ। ਪਰ ਅੱਜ ਜਿਹੜਾ ਜ਼ੋਰ ਚੱਲ ਰਿਹਾ ਹੈ, ਜ਼ਿਆਦਾਤਰ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਕੇਵਲ ਤੇ ਕੇਵਲ ਗਿਆਨ ਤੇ ਵਿਗਿਆਨ ਦਾ ਅਵਿਸ਼ਕਾਰ ਹੋਏਗਾ, ਦੂਸਰਾ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੇਕਰ ਪੁੱਛੀਏ ਤੇ ਮਹਾਰਾਜ ਦੀ ਬਾਣੀ ਦੇ ਵਿੱਚੋਂ ਦੋ ਚੀਜ਼ਾਂ ਨਿਕਲਦੀਆਂ ਨੇ, ਗਿਆਨ ਤੇ ਧਿਆਨ। ਬਿਲਕੁਲ। ਧਰਮ ਦੇ ਵਿੱਚ ਧਿਆਨ ਨੂੰ ਮਹੱਤਵਤਾ ਦਿੱਤੀ ਗਈ ਹੈ, ਕਿਉਂਕਿ ਜਿਨ੍ਹਾਂ ਕੋਲ ਧਿਆਨ ਹੋਵੇਗਾ ਪ੍ਰਮਾਤਮਾ ਦੇ ਚਰਨਾਂ ਦਾ, ਉਹਨਾਂ ਕੋਲ ਗਿਆਨ ਵੀ ਸੁਚੱਜਾ ਹੋਵੇਗਾ, ਉਹਨਾਂ ਕੋਲ ਗਿਆਨ ਵੀ ਵਿਵੇਕ ਬੁੱਧੀ ਵਾਲਾ ਹੋਵੇਗਾ, ਉਹਨਾਂ ਕੋਲ ਗਿਆਨ ਤਰਕ ਵਾਲਾ ਨਹੀਂ ਹੋਵੇਗਾ। ਕਿਉਂਕਿ ਧਿਆਨ ਤੋਂ ਬਿਨਾਂ ਕਦੇ ਗਿਆਨ ਉਪਜਦਾ ਨਹੀਂ। ਇੱਕ ਮਹਾਂਪੁਰਖਾਂ ਦੇ ਬੋਲ ਸਨ ਕਿ ਕਿਸੇ ਦੀ ਕਹੀ ਹੋਈ ਗੱਲ ਸੁਣ ਕਰਕੇ ਕਹਿ ਦੇਣਾ ਮੈਨੂੰ ਗਿਆਨ ਹੋ ਗਿਆ, ਜਾਂ ਕਿਸੇ ਦੀ ਲਿਖੀ ਹੋਈ ਗੱਲ ਨੂੰ ਪੜ੍ਹ ਕੇ ਕਹਿ ਦੇਣਾ ਮੈਨੂੰ ਗਿਆਨ ਹੋ ਗਿਆ। ਕਹਿੰਦੇ ਨਹੀਂ, ਇਹ ਗਿਆਨ ਨਹੀਂ ਹੁੰਦਾ, ਇਹ ਤੇ ਕਾਪੀ ਪੇਸਟ ਵਾਲਾ ਕੰਮ ਹੁੰਦਾ ਹੈ। ਗਿਆਨ ਅਸਲ ਦੇ ਵਿੱਚ ਉਹ ਹੋਏਗਾ ਜਦੋਂ ਬੰਦਾ ਧਿਆਨ ਲਾ ਕਰਕੇ ਗੁਰੂ ਸ਼ਬਦ ਦਾ ਅਭਿਆਸ ਦੇ ਵਿੱਚ ਅਭਿਆਸ ਕਰੇਗਾ, ਧਿਆਨ ਲਾ ਕਰਕੇ, ਤੇ ਉਹਦੇ ਅੰਦਰੋਂ ਜਿਹੜਾ ਗਿਆਨ ਉਪਜਣਾ ਉਹ ਗਿਆਨ ਹੁੰਦਾ ਹੈ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ ਹੁੰਦੇ ਆ ਗੁਰਬਿਨ ਘੋਰ। ਉਹ ਗਿਆਨ ਜਿਹੜਾ ਹੋਣਾ ਉਹਨੇ ਅੰਦਰ ਦੇ ਹਨੇਰੇ ਨੂੰ ਦੂਰ ਕਰਨਾ। ਸੋ ਕਹਿਣ ਤੋਂ ਭਾਵ ਕਿ ਸੰਤ ਬਲ ਦੇ ਨਾਲ ਨਾਲ ਰਾਜ ਬਲ, ਇਹ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਨੇ, ਪਰ ਹੋਣਗੀਆਂ ਉਦੋਂ ਜਦੋਂ ਅਵਸਥਾ ਭਾਵਨਾ ਬਾਬਾ ਬੁੱਢਾ ਸਾਹਿਬ ਜਿਹੀ ਹੋਵੇਗੀ। ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਚਨ ਕਰਦੇ ਕਿ ਮਹਾਰਾਜ ਆਪ ਜੀ ਦੀ ਜੋਤ ਹੀ ਵਰਤੇਗੀ, ਆਪ ਜੀ ਦੀ ਜੋਤ ਵਰਤ ਕੇ ਹੀ ਇੱਕ ਬਹੁਤ ਭਾਰੀ ਅਯੁੱਧ ਰਚੇਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਬਾਲ ਹਰਗੋਬਿੰਦ ਸਾਹਿਬ ਜੀ ਨੂੰ, ਕਿਉਂਕਿ ਉਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਵਿਦਵਾਨਾਂ ਨੇ 11 ਸਾਲ ਦੀ ਮੰਨੀ ਹੈ, ਜਿਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਖਤ ਦੇ ਉੱਤੇ ਭਾਵ ਕੇ ਉੱਪਰ ਆਸਣ ਦੇ ਉੱਤੇ ਸੁਭਾਇਮਾਨ ਕੀਤਾ। ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਅੱਜ ਹੀ ਉਹ ਮੀਰੀ ਪੀਰੀ ਵਾਲੀ ਸਰਕਾਰ ਇਸ ਤਰ੍ਹਾਂ ਸੁਭਾਇਮਾਨ ਹੋਈ ਕਿ ਜਿਵੇਂ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ ਸਜਿਆ ਹੋਵੇ। ਜਿਵੇਂ ਕੋਈ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ, ਵੱਡਾ ਜੋਧਾ ਸੂਰਬੀਰ ਜੋਧਾ ਸਜਿਆ ਹੋਵੇ। ਕਵੀ ਸੰਤੋਖ ਸਿੰਘ ਲਿਖਦੇ ਨੇ ਵੀਰ ਆਸਨ ਬੈਠੇ ਪ੍ਰਭ ਹਰਖ ਤਿਲਕ ਤਬਕੀਨ। ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਭਾਇਮਾਨ ਹੋਏ ਵੀਰ ਆਸਨ ਦੇ ਵਿੱਚ। ਜਿਸ ਤਰ੍ਹਾਂ ਅੰਮ੍ਰਿਤ ਸੰਚਾਰ ਵੇਲੇ ਪੰਜ ਪਿਆਰੇ ਜਦੋਂ ਅੰਮ੍ਰਿਤ ਸੰਚਾਰ ਕਰਦੇ ਆ ਤਾਂ ਉਹ ਵੀਰ ਆਸਣ ਦੇ ਵਿੱਚ ਬੈਠਦੇ। ਸੰਗਤਾਂ ਦਰਸ਼ਨ ਕਰ ਸਕਦੀਆਂ ਕਿ ਵੀਰ ਆਸਣ ਕੀ ਹੁੰਦਾ ਵਾ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀਰ ਆਸਣ ਦੇ ਵਿੱਚ ਬੈਠੇ। ਤੇ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਸਿੱਖ ਸੰਗਤ ਐਸੇ ਲਖੇ ਸਾਹਿਬ ਬੁੱਢੇ ਦੀ। ਕਹਿੰਦੇ ਸੰਗਤਾਂ ਹਾਜ਼ਰ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰ ਨੇ
ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਲਗਾਇਆ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਰਸਮ ਨਿਭਾਈ ਸੀ। 6 ਪਾਤਸ਼ਾਹੀਆਂ ਤੱਕ ਗੁਰਤਾ ਗੱਦੀ ਦਾ ਤਿਲਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੀ ਲਾਉਂਦੇ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਸੁਭਾਇਮਾਨ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। 5 ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਿਕਟ ਰਹਿਣ ਲਈ ਉਹਨਾਂ ਨੂੰ ਆਗਿਆ ਦਿੱਤੀ, ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਬਹਿਲੋ ਜੀ, ਭਾਈ ਸਾਲੋ ਜੀ, ਇਸ ਤਰ੍ਹਾਂ 5 ਸਿੱਖ। ਔਰ 5 ਸਿੱਖਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾਲ ਚੁਣਿਆ। ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਔਰ ਇਹਨਾਂ ਨੂੰ ਨਾਲ ਲੈ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਸ਼ਹੀਦੀ ਪਾਉਣ ਲਈ ਜਾਂਦੇ ਆ। ਪਰ ਇਸ ਪਾਸੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼ੁਭਾਇਮਾਨ ਹੋਏ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਲਮ ਚਲਾਈ ਔਰ ਲਿਖ ਦਿੱਤਾ ਕਿ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਉਹ ਲਿਖਦੇ ਗੁਰਮੁਖ ਸਿੱਖ ਪਲ ਪਿਰਮ ਰਸ ਸਤ ਸੰਗ ਅਲੋਈ, ਗੁਰ ਗੋਬਿੰਦ ਬਾਹਰਾ ਦੂਜਾ ਨਹੀਂ ਕੋਈ। ਕਹਿੰਦੇ ਅੱਜ ਗੁਰਤਾ ਗੱਦੀ ਤੇ ਮੀਰੀ ਪੀਰੀ ਦੀਆਂ ਸਰਕਾਰਾਂ ਸ਼ੁਭਾਇਮਾਨ ਨੇ ਤੇ ਗੁਰੂ ਕੇ ਸਿੱਖੋ ਸੱਚ ਜਾਣੋ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ, ਇਹ ਦੋਵੇਂ ਇੱਕੋ ਨੇ। ਗੁਰੂ ਹਰਗੋਬਿੰਦੋ ਬਾਹਰਾ ਦੂਜਾ ਨਹੀਂ ਕੋਈ। ਗੁਰੂ ਹਰਗੋਬਿੰਦ ਸਾਹਿਬ ਤੇ ਪਰਮਾਤਮਾ ਦੇ ਵਿੱਚ ਫਰਕ ਨਹੀਂ, ਕਿਉਂਕਿ ਉਹੀ ਜੋਤ ਵਰਤ ਰਹੀ ਹੈ। ਔਰ ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਕੀਤੇ ਉਹ ਬਚਨ ਵੀ ਬੜੇ ਵੱਡੀ ਸਿੱਖਿਆ ਦਿੰਦੇ ਨੇ ਕਿ 5 ਪਿਆਲੇ, ਪਹਿਲਾਂ 5 ਪਿਆਲੇ ਸਨ, ਭਾਵ ਕਿ ਸਤ ਦਾ, ਸੰਤੋਖ ਦਾ, ਦਇਆ ਦਾ, ਧਰਮ ਦਾ, ਧੀਰਜ ਦਾ। 5 ਪਿਆਲੇ 5 ਪੀਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਕ 5 ਪੀਰ ਹੋਏ। ਛਠਮ ਪੀਰ ਬੈਠਾ ਗੁਰ ਭਾਰੀ, ਪਰ ਅੱਜ 6ਵਾਂ ਪੀਰ ਤਖਤ ਦੇ ਉੱਤੇ ਸੁਭਾਇਮਾਨ ਹੋਇਆ ਤੇ ਇਹ ਭਾਰੀ ਹੈ ਉਹਨਾਂ ਦੇ ਲਈ ਜਿਹੜੇ ਸੰਸਾਰ ਦੇ ਉੱਤੇ ਅਤਿਆਚਾਰ ਕਰ ਰਹੇ ਆ, ਜਿਹੜੇ ਸੰਸਾਰ ਦੇ ਉੱਤੇ ਜ਼ੁਲਮ ਕਰ ਰਹੇ ਆ, ਜਿਨ੍ਹਾਂ ਨੇ ਧਰਮ ਦੇ ਵਿੱਚ ਗਿਰਾਵਟ ਲਿਆਂਦੀ ਆ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਦਿ ਗ੍ਰੰਥ ਦੀ ਸੰਪਾਦਨਾ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤਿਲਕ ਲਾਉਣ ਤੋਂ ਬਾਅਦ ਤੱਤੀ ਤਵੀ ਤੇ ਬੈਠ ਕਰਕੇ ਸ਼ਹੀਦ ਹੁੰਦੇ ਆ। ਸੰਤ ਬਲ ਦੀ ਪ੍ਰਦਰਸ਼ਨੀ ਕਰਦੇ ਆ ਕਿ ਇੱਕ ਸੰਤ ਦਾ ਬਲ ਕੀ ਹੁੰਦਾ, ਭਾਵੇਂ ਤੱਤੀ ਤਵੀ ਤੇ ਵੀ ਬਹਿਣਾ ਪੈ ਜਾਵੇ ਪਰ ਸੰਤ ਕਦੇ ਡੋਲਦਾ ਨਹੀਂ। ਸੰਤ ਦੀ ਭਗਤੀ ਕਦੇ ਥੋੜੀ ਨਹੀਂ ਪੈਂਦੀ, ਉਹਦੇ ਵਿੱਚ ਗਿਰਾਵਟ ਨਹੀਂ ਹੁੰਦੀ, ਸੰਤ ਦੇ ਆਚਰਣ ਚ ਗਿਰਾਵਟ ਨਹੀਂ। ਸੰਤ ਬਲ ਤੋਂ ਬਾਅਦ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਗੱਦੀ ਤੇ ਸੁਭਾਇਮਾਨ ਹੋ ਕੇ ਰਾਜ ਬਲ ਵੀ ਵਿਖਾਇਆ, ਰਾਜ ਬਲ ਪ੍ਰਗਟ ਕੀਤਾ। ਭਾਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀਰ ਆਸਣ ਦੇ ਵਿੱਚ ਸੁਭਾਇਮਾਨ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕੀਤੇ ਕਿ ਬਾਬਾ ਜੀ ਹੁਣ ਸ਼ਸਤਰ ਲਿਆਏ ਜਾਣ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ 2 ਤਲਵਾਰਾਂ ਲਿਆਂਦੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਕਿਰਪਾਨ ਆਪਣੇ ਖੱਬੇ ਪਾਸੇ ਸਜਾਈ ਔਰ ਇੱਕ ਕਿਰਪਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੱਜੇ ਪਾਸੇ ਸਜਾਈ। ਔਰ ਇਹ ਮੀਰੀ ਪੀਰੀ ਦੀਆਂ 2 ਤਲਵਾਰਾਂ ਸਜਾ ਕਰਕੇ ਸਿੱਖ ਸੰਗਤਾਂ ਨੂੰ ਵੀ ਇਹ ਆਦੇਸ਼ ਕਰ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਕੇ ਸਿੱਖ ਵੀ ਸ਼ਸਤਰਧਾਰੀ ਹੋਣਗੇ, ਅੱਜ ਤੋਂ ਬਾਅਦ ਸੰਤ ਵੀ ਤੇ ਸਿਪਾਹੀ ਵੀ ਹੋਣਗੇ। ਗੁਰੂ ਕਾ ਸਿੱਖ ਸ਼ਸਤਰਾਂ ਦਾ ਸਤਿਕਾਰ ਵੀ ਕਰੇ, ਜਿੱਥੇ ਪੋਥੀ ਪਰਮੇਸ਼ਰ ਕਾ ਥਾਨ ਦਾ ਸਤਿਕਾਰ ਕਰਨਾ ਬਿਲਕੁਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਖਾਇਆ ਨਾ। ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਤੇ ਮਹਾਰਾਜ ਨੇ ਪਲੰਗਾ ਤਿਆਰ ਕਰਵਾਇਆ ਸੀ, ਜਿਸ ਪਲੰਗੇ ਦੇ ਉੱਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਵ ਆਦਿ ਗ੍ਰੰਥ ਸਾਹਿਬ ਜੀ ਨੂੰ ਸੁਭਾਇਮਾਨ ਕੀਤਾ ਗਿਆ। ਅੱਜ ਵੀ ਕੋਠਾ ਸਾਹਿਬ ਵਿਖੇ, ਅਕਾਲ ਤਖਤ ਸਾਹਿਬ ਵਿਖੇ ਪਲੰਗੇ ਦੇ ਉੱਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੁਭਾਇਮਾਨ ਹੁੰਦਾ ਵਾ, ਉਸੇ ਮਰਿਆਦਾ ਨੂੰ ਮੁੱਖ ਰੱਖ ਕੇ। ਸੋ ਬਿਲਕੁਲ ਉਹੀ ਮਰਿਆਦਾ ਤੇ ਉਸ ਚੀਜ਼ ਨੂੰ ਪ੍ਰਗਟ ਕੀਤਾ ਗੁਰੂ ਅਰਜਨ ਸਾਹਿਬ ਜੀ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦੇ ਵਿੱਚ ਹੋਰ 4 ਚੰਦ ਲਾਏ ਕਿ ਜਿਵੇਂ ਕਿ ਤੁਹਾਡੀ ਨੱਥਾ ਤੇ ਅਬਦੁੱਲਾ ਨੇ ਜਿਹੜੀ ਵਾਰ ਗਾਇਨ ਕੀਤੀ ਹੈ ਉਹਦੇ ਵਿੱਚ ਉਹ ਬਿਆਨ ਕਰਦੇ ਨੇ ਕਿ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ।
पग तेरी की जहांगीर दी। सो ऐसे बोल ਜਿਹੜੇ ऐसा जोश ਜਿਹੜਾ ਸੀ ਉਸ ਵੇਲੇ ਢਾਡੀਆਂ ਨੇ ਪ੍ਰਗਟ ਕੀਤਾ। ਸੋ ਇਸ ਵਕਤ ਅਸੀਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੇ ਮੌਕੇ ਗੁਰ ਇਤਿਹਾਸ ਨਾਲ ਜੁੜੇ ਹੋਏ ਹਾਂ। ਵਿਚਾਰਾਂ ਆਪਾਂ ਇਵੇਂ ਜਾਰੀ ਰੱਖਾਂਗੇ। ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰ ਇਤਿਹਾਸ ਆਪਾਂ ਸਰਵਣ ਕਰਦੇ ਪਏ ਹਾਂ। ਸਾਡੇ ਨਾਲ ਭਾਈ ਸੁਖਜੀਤ ਸਿੰਘ ਕਨਈਆ ਮੁੱਖ ਪ੍ਰਚਾਰਕ ਬੁੱਢਾ ਦਲ ਆਨਲਾਈਨ ਜੁੜੇ ਹੋਏ ਨੇ, ਜਿਨ੍ਹਾਂ ਪਾਸੋਂ ਅਸੀਂ ਇਤਿਹਾਸ ਸਰਵਣ ਕੀਤਾ। ਸੋ ਭਾਈ ਸਾਹਿਬ, ਅਸੀਂ ਚਾਹਾਂਗੇ ਕਿ ਗੁਰਤਾ ਗੱਦੀ ਤੇ ਕਿਸ ਢੰਗ ਦੇ ਨਾਲ ਮਹਾਰਾਜ ਬਿਰਾਜਮਾਨ ਹੁੰਦੇ ਨੇ, ਦੋ ਤਲਵਾਰਾਂ ਦੀ ਜਿਹੜੀ ਗਾਥਾ ਸਾਡੇ ਸਾਹਮਣੇ ਆ ਰਹੀ ਹੈ, ਉਸ ਦਾ ਹੋਰ ਵਿਸਤਾਰ ਆਪ ਜੀ ਪਾਸੋਂ ਸਰਵਣ ਕਰਨਾ ਚਾਹਾਂਗੇ ਜੀ। ਹਾਂਜੀ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਨ ਦੇ ਉੱਤੇ ਦੋ ਤਲਵਾਰਾਂ ਸਜਾਈਆਂ, ਦੋ ਕਿਰਪਾਨਾਂ, ਮੇਰੀ ਅਤੇ ਪੀਰੀ ਦੀਆਂ। ਦੇਖੋ, ਇਹ ਬਹੁਤ ਵੱਡਾ ਸਿਧਾਂਤ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ, ਪੀਰੀ ਅਤੇ ਮੇਰੀ ਦਾ, ਕਿ ਤੇਰੇ ਕੋਲ ਪਹਿਲਾਂ ਪੀਰੀ ਹੋਵੇ ਤੇ ਫਿਰ ਤੇਰੇ ਕੋਲ ਮੇਰੀ ਵੀ ਹੋਵੇ। ਭਾਵ ਤੇਰੇ ਕੋਲ ਸੱਤ ਵੀ ਹੋਵੇ ਤੇ ਤੇਰੇ ਕੋਲ ਸੱਤਾ ਵੀ ਹੋਵੇ। ਕਿਉਂ ਦੇ ਵਿੱਚ ਆਇਆ ਕਿ ਜਦੋਂ ਸੱਤਾਧਾਰੀ ਲੋਕਾਂ ਦੇ ਕੋਲੋਂ ਸੱਤ ਗਵਾਚ ਗਿਆ ਤੇ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਜਿਹੜੀ ਤਲਵਾਰ ਸੀ, ਉਹਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਪਰ ਸਤਿਗੁਰੂ ਨੇ ਕਿਹਾ, ਜਦੋਂ ਇੱਕ ਸੱਤਾਧਾਰੀ ਕੋਲ ਸੱਤ ਵੀ ਹੋਵੇਗਾ, ਜਦੋਂ ਧਰਮ ਹੋਵੇਗਾ, ਜਦੋਂ ਪੀਰੀ ਹੋਵੇਗੀ, ਤੇ ਉਹ ਕਦੇ ਵੀ ਜ਼ੁਲਮ ਨਹੀਂ ਕਰੇਗਾ, ਅਤਿਆਚਾਰ ਨਹੀਂ ਕਰੇਗਾ, ਉਹਦੇ ਰਾਜ ਵਿੱਚ ਕਦੇ ਗਿਰਾਵਟ ਨਹੀਂ ਆਵੇਗੀ। ਤੇ ਸੱਚੀ ਗੱਲ ਹੈ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਸਿੱਖਿਆਵਾਂ ਨੂੰ ਧਾਰਨ ਕਰਕੇ ਗੁਰੂ ਕਿਆਂ ਸਿੱਖਾਂ ਨੇ ਰਾਜ ਕਾਇਮ ਕੀਤਾ। ਜਿਵੇਂ ਸਰਹੰਦ ਫਤਿਹ ਦਿਵਸ, ਖਾਲਸਾ ਰਾਜ ਦੀ ਸਥਾਪਨਾ ਦਾ ਦਿਹਾੜਾ ਵੀ ਲੰਘਿਆ। ਬਾਬਾ ਬੰਦਾ ਸਿੰਘ ਬਹਾਦਰ ਨੇ, ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਨੇ, ਉਹਨਾਂ ਨੇ ਸਰਹੰਦ ਦੀ ਧਰਤੀ ਤੇ ਸਰਹੰਦ ਨੂੰ ਥੇ ਕਰਕੇ, ਸਰਹੰਦ ਫਤਿਹ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ, ਫਤਿਹ ਦੇ ਨਿਸ਼ਾਨ ਚਲਾਏ। ਉਸ ਤੋਂ ਬਾਅਦ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ਨੇ, ਜੇ ਕਿ ਬੁੱਢੇ ਦਲ ਦੇ ਤੀਜੇ ਜਥੇਦਾਰ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਹੋਏ। ਔਰ ਫਿਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ, ਜਿਨ੍ਹਾਂ ਨੇ 19 ਵਾਰ ਲਾਲ ਕਿਲੇ ਤੇ ਨਿਸ਼ਾਨ ਚਲਾਇਆ। ਮੇਰੇ ਕਹਿਣ ਤੋਂ ਭਾਵ ਕਿ ਜਦੋਂ ਸੱਤ ਵਾਲਿਆਂ ਕੋਲ ਸੱਤਾ ਆਈ ਤੇ ਉਹਨਾਂ ਦੇ ਰਾਜ ਦੇ ਵਿੱਚ ਕਦੇ ਗਿਰਾਵਟ ਨਹੀਂ ਆਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗਿਰਾਵਟ ਨਹੀਂ ਆਈ। ਸੋ ਇਹ ਮਹਾਰਾਜ ਨੇ ਬਹੁਤ ਵੱਡੀ ਸਿੱਖਿਆ ਦਿੱਤੀ ਕਿ ਤੇਰੇ ਕੋਲ ਪੀਰੀ ਪਹਿਲਾਂ ਹੋਵੇ ਤੇ ਫਿਰ ਤੇਰੇ ਕੋਲ ਮੇਰੀ ਹੋਵੇ। ਭਾਵ ਕਿ ਸੱਤ ਵੀ ਹੋਵੇ ਤੇ ਸੱਤਾ ਵੀ ਹੋਵੇ। ਕਿਉਂਕਿ ਵੇਖੋ, ਜਿਹੜੀ ਛੁਰੀ ਹੈ, ਜੇ ਉਹ ਕਿਸੇ ਡਾਕਟਰ ਦੇ ਹੱਥ ਵਿੱਚ ਆ ਜਾਵੇ ਤੇ ਉਹ ਛੁਰੀ ਕਿਸੇ ਦਾ ਇਲਾਜ ਕਰਨ ਲਈ ਚੱਲੇਗੀ। ਪਰ ਜੇ ਉਹੀ ਛੁਰੀ, ਉਹੀ ਚਾਕੂ ਕਿਸੇ ਚੋਰ ਦੇ, ਲੁਟੇਰੇ ਦੇ ਹੱਥ ਵਿੱਚ ਆ ਜਾਵੇ ਤੇ ਉਹ ਮਜ਼ਲੂਮਾਂ ਦਾ ਕਤਲ ਕਰਨ ਲਈ ਚੱਲੇਗੀ। ਸੋ ਇਸੇ ਕਰਕੇ ਸਤਿਗੁਰੂ ਨੇ ਕਿਹਾ, ਜਦੋਂ ਸੱਤਾ ਸੱਤਧਾਰੀ ਲੋਕਾਂ ਦੇ ਕੋਲ ਆਵੇਗੀ ਤੇ ਇਹਨਾਂ ਦੇ ਰਾਜ ਵਿੱਚ ਗਿਰਾਵਟ ਨਹੀਂ ਹੋਵੇਗੀ, ਇਹਨਾਂ ਦੇ ਰਾਜ ਵਿੱਚ ਜ਼ੁਲਮ ਨਹੀਂ ਹੋਵੇਗਾ, ਅਤਿਆਚਾਰ ਨਹੀਂ ਹੋਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਸੰਸਾਰਕ ਸਿੱਖਿਆ ਦਿੱਤੀ ਪੀਰੀ ਅਤੇ ਮੇਰੀ ਤੋਂ, ਅਤੇ ਦੂਸਰੀ ਅਧਿਆਤਮਿਕ ਸਿੱਖਿਆ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਿੱਤੀ ਕਿ ਤੇਰੇ ਅੰਦਰ ਵੀ ਨਿਤ ਜ਼ੁਲਮ ਹੋ ਰਿਹਾ ਹੈ, ਤੇਰੇ ਅੰਦਰ ਵੀ ਨਿਤ ਅਤਿਆਚਾਰ ਹੋ ਰਿਹਾ ਹੈ। ਅੱਜ ਸੰਸਾਰ ਦਾ ਹਾਲ ਕੀ ਬਣ ਚੁੱਕਿਆ ਹੈ ਕਿ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਉਦਾਂ ਵੀ ਚਰਚਾ ਜਦੋਂ ਕਰਨਗੇ ਤੇ ਬਾਹਰਮੁਖੀ ਸੰਸਾਰ ਦੀ ਚਰਚਾ ਪਹਿਲਾਂ ਕਰਦੇ ਆ ਕਿ ਅਸੀਂ ਬਾਹਰਲੇ ਸੰਸਾਰ ਨੂੰ ਸੁਧਾਰਨਾ ਹੈ, ਬਾਹਰਲੇ ਸਮਾਜ ਨੂੰ ਸੁਧਾਰਨਾ ਹੈ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਵੀ ਭਾਈ ਸਿੱਖਾ, ਜਦੋਂ ਤੱਕ ਤੇਰਾ ਅੰਦਰਲਾ ਸਮਾਜ ਨਾ ਸੁਧਰਿਆ, ਜਦੋਂ ਤੱਕ ਤੇਰਾ ਅੰਦਰਲਾ ਸਮਾਜ, ਉਹਦੇ ਵਿੱਚ ਜਦੋਂ ਤੱਕ ਭ੍ਰਸ਼ਟਾਚਾਰ ਦੂਰ ਨਾ ਹੋਇਆ, ਬਾਹਰਲੇ ਸਮਾਜ ਦੇ ਵਿੱਚ ਕਦੇ ਵੀ ਸੁਧਾਈ ਹੋ ਨਹੀਂ ਸਕਦੀ। ਪਹਿਲਾਂ ਤੂੰ ਪੀਰੀ ਦੇ ਨਾਲ ਅੰਦਰਲਾ ਸਮਾਜ ਸੁਧਾਰ। ਮਨ ਜੀਤਾ ਜਗ ਜੀਤ। ਤੂੰ ਆਪਣੇ ਮਨ ਦੇ ਅੰਦਰ ਹੋ ਰਹੇ ਜ਼ੁਲਮ ਨੂੰ ਰੋਕ, ਮਨ ਦੇ ਅੰਦਰ ਹੋ ਰਹੇ ਅਤਿਆਚਾਰ। ਕਹਿਣ ਤੋਂ ਭਾਵ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਜਿੱਤ, ਆਪਣੇ ਅੰਦਰੋਂ ਵਿਸ਼ਿਆਂ ਵਕਾਰਾਂ ਨੂੰ ਜਿੱਤ, ਈਰਖਾ ਨੂੰ ਜਿੱਤ। ਕਿਉਂਕਿ ਜਦੋਂ ਈਰਖਾ ਆਉਂਦੀ ਹੈ ਨਾ, ਤੇ ਕਦੇ ਵੀ ਸਮਾਜ ਦੇ ਵਿੱਚ ਸੁਧਾਰ ਨਹੀਂ ਹੁੰਦਾ। ਈਰਖਾ ਭਾਵੇਂ ਧੜੇ ਦੀ ਹੋਵੇ, ਈਰਖਾ ਭਾਵੇਂ ਧਰਮ ਦੀ ਹੋਵੇ, ਤੇ ਈਰਖਾ ਭਾਵੇਂ ਕਿਸੇ ਵੀ ਫਿਰਕੇ ਦੀ ਹੋਵੇ, ਈਰਖਾ ਹਮੇਸ਼ਾ ਨੁਕਸਾਨ ਪਹੁੰਚਾਉਂਦੀ ਹੈ। ਮਹਾਰਾਜ ਨੇ ਕਿਹਾ, ਪੀਰੀ ਦੇ ਨਾਲ ਪਹਿਲਾਂ ਆਪਣੇ ਅੰਦਰਲੇ ਸਮਾਜ ਨੂੰ ਸੁਧਾਰ, ਔਰ ਫਿਰ ਮੀਰੀ ਦੇ ਨਾਲ ਤੂੰ ਬਾਹਰਲੇ ਸਮਾਜ ਨੂੰ ਸੁਧਾਰ। ਬਿਲਕੁਲ ਭਾਈ ਸਾਹਿਬ, ਇੱਥੇ ਜਿਹੜਾ ਤੁਸੀਂ ਵਿਚਾਰ ਸਾਂਝਾ ਕਰਦੇ ਪਏ, ਬਹੁਤ ਕੀਮਤੀ ਵਿਚਾਰ ਹੈ।
ਮੈਂ ਸਮਝਦਾ ਕਿ ਇੱਕ ਹੋਰ ਗੱਲ ਇੱਥੇ ਸਾਡੇ ਵਾਸਤੇ ਧਿਆਨ ਦੇਣ ਵਾਸਤੇ ਸਾਹਮਣੇ ਆਉਂਦੀ ਹੈ ਕਿ ਜਿਹਨੇ ਰਾਜਸੀ ਸੱਤਾ ਦੇ ਵਿੱਚ ਜਾਣਾ, ਪਹਿਲੋਂ ਉਹ ਜਿਹੜਾ ਸੰਤ ਵਾਲਾ ਚੈਪਟਰ ਹੈ ਉਹਦਾ ਪਹਿਲਾਂ ਉਹਨੇ ਉਹ ਡਿਗਰੀ ਲਈ ਹੋਏਗੀ ਤੇ ਫਿਰ ਜੇ ਰਾਜਸੀ ਸੱਤਾ ਤੇ ਜਾਏਗਾ ਤੇ ਫਿਰ ਮੈਨੂੰ ਲੱਗਦਾ ਕਿ ਉਹ ਧਰਮ ਦਾ ਰਾਜ ਬਣ ਪਾਏਗਾ। ਕਿਉਂਕਿ ਜ਼ਿਆਦਾਤਰ ਜੋ ਦੇਖਣ ਨੂੰ ਮਿਲਦਾ ਕਿ ਰਾਜਸੀ ਸੱਤਾ ਹਾਸਲ ਕਰਨ ਵਾਸਤੇ ਧਰਮ ਦਾ ਇਸਤੇਮਾਲ ਜੋ ਹੁੰਦਾ ਹੈ, ਪਰ ਮੈਂ ਸਮਝਦਾ ਕਿ ਪਹਿਲਾਂ ਧਰਮੀ ਬਣ ਕੇ ਤੇ ਧਰਮੀਆਂ ਚੋਂ, ਜਿਵੇਂ ਵੇਖੋ ਤੁਸੀਂ ਬਾਬਾ ਕਪੂਰ ਸਿੰਘ ਜੀ ਦੀ ਗੱਲ ਸਾਂਝੀ ਕੀਤੀ, ਉਹ ਧਰਮੀ ਸੀਗੇ, ਨਵਾਬੀ ਉਹਨਾਂ ਨੂੰ ਪੰਥ ਨੇ ਦਿੱਤੀ ਹੈ। ਸੋ ਇਹ ਗੱਲ ਦਾ ਮੈਨੂੰ ਲੱਗਦਾ ਕਿ ਇਹ ਬਹੁਤ ਇੱਕ ਜ਼ਰੂਰੀ ਆਸਪੈਕਟ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਤੱਕ ਪਹਿਲਾਂ ਸੰਤ ਬਣਾਏ, ਜਿਵੇਂ ਆਪ ਜੀ ਨੇ ਪਹਿਲਾਂ ਸਾਡੇ ਨਾਲ ਸਾਂਝ ਕੀਤੀ ਕਿ ਪਹਿਲਾਂ ਸੰਤ ਬਣਾਏ ਤੇ ਉਸ ਤੋਂ ਬਾਅਦ ਸਿਪਾਹੀ ਵਾਲੀ ਜਿਹੜੀ ਤੇਗ ਆ ਉਹ ਹੱਥ 'ਚ ਫੜਾਈ ਹੈ। ਪਰ ਰਾਜਸੀ ਸੱਤਾ ਜਿਹੜੀ ਹੈ ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਜਿਹੜੀ ਧਰਮ ਦੀ ਪੂਰਾ ਗਿਆਨ ਮੈਂ ਸਮਝਦਾ ਤੇ ਉਹਦੀ ਕਮਾਈ, ਕਿ ਜੇ ਨਵਾਬ ਬਣ ਕੇ ਵੀ ਜੇ ਉਹ ਕਹਿ ਰਿਹਾ ਕਿ ਮੇਰੇ ਕੋਲੋਂ ਜਿਹੜੀ ਘੋੜਿਆਂ ਦੀ ਸੇਵਾ ਉਹ ਨਾ ਖੋਇਓ, ਤੇ ਮੈਂ ਸਮਝਦਾ ਕਿ ਇਹ ਇੱਕ ਵੱਡਾ ਮਾਪਦੰਡ ਹੈ ਜਿਹਨੂੰ ਆਪਾਂ ਕਹਿ ਦਿੰਦੇ ਮੀਲ ਪੱਥਰ ਗੱਡੇ ਹੋਏ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ। ਜੀ, ਭਾਰਤ ਵਰਸ਼ ਦਾ ਇਤਿਹਾਸ ਰਿਹਾ ਕਿ ਭਾਰਤ ਦੇ ਵਿੱਚ ਜਿਹੜੇ ਆਪਾਂ ਪੁਰਾਤਨ ਸਮੇਂ ਦੇ ਵਿੱਚ, ਜੇ ਕਹਿ ਲਈਏ ਸਤਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਇਤਿਹਾਸ ਪੜ੍ਹਦੇ ਆ ਨਾ, ਤੇ ਵੇਖਣ ਵਿੱਚ ਆਵੇਗਾ ਵੀ ਰਾਜੇ ਮਹਾਰਾਜਿਆਂ ਦੇ ਜਿਹੜੇ ਅੱਗੋਂ ਪੁੱਤਰ ਹੁੰਦੇ ਸਨ, ਉਹ ਆਪਣੇ ਪੁੱਤਰਾਂ ਨੂੰ ਪਹਿਲਾਂ ਗੁਰੂਕੁਲ ਦੇ ਵਿੱਚ ਉਹਨਾਂ ਨੂੰ ਸ਼ਾਸਤਰਾਂ ਦੀ, ਵੇਦਾਂ ਦੀ ਸਿਖਲਾਈ ਲਈ ਭੇਜਦੇ ਸਨ ਕਿ ਪਹਿਲਾਂ ਇਹ ਧਰਮੀ ਬਣ ਜਾਣ। ਜਦੋਂ ਉਹ ਸਿਮਰਤੀਆਂ ਦੀ, ਸ਼ਾਸਤਰਾਂ ਦੀ, ਵੇਦਾਂ ਦੀ ਸਿਖਲਾਈ ਲੈ ਲੈਂਦੇ ਸਨ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਸਤਰਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਸ਼ਾਸਤਰ ਤੋਂ ਬਾਅਦ ਸ਼ਸਤਰ ਵੀ ਪਕੜਾਇਆ ਜਾਂਦਾ ਸੀ। ਇਹ ਭਾਰਤ ਵਰਸ਼ ਦਾ ਇਤਿਹਾਸ ਹੈ ਕਿ ਇੱਥੇ ਰਾਜੇ ਨੂੰ ਰਾਜਾ ਬਣਾਉਣ ਤੋਂ ਪਹਿਲਾਂ ਉਹਨੂੰ ਧਰਮ ਦੀ ਵਿੱਦਿਆ ਜ਼ਰੂਰ ਦਿੱਤੀ ਜਾਂਦੀ। ਸੋ ਇਸੇ ਕਰਕੇ ਸਤਿਗੁਰੂ ਨੇ ਵੀ ਪਹਿਲਾਂ ਧਰਮ ਦੀ ਵਿੱਦਿਆ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਕ ਧਰਮ ਦੀ ਪਰਪੱਕਤਾ ਕਰਵਾਈ। ਔਰ ਜਿਵੇਂ ਆਪਾਂ ਇਤਿਹਾਸ ਵਿੱਚ ਆਪ ਜੀ ਨੇ ਬਚਨ ਸਾਂਝਾ ਕੀਤਾ ਨਵਾਬ ਕਪੂਰ ਸਿੰਘ ਸਾਹਿਬ ਜੀ ਦਾ, ਮੈਂ ਬੇਨਤੀ ਕਰਾਂ ਕਿ ਜਦੋਂ ਨਵਾਬੀ ਦੀ ਉਹ ਦਸਤਾਰ ਆਉਂਦੀ ਹੈ ਅਕਾਲ ਤਖਤ ਸਾਹਿਬ ਵਿਖੇ, ਤੇ ਪੰਥ ਪ੍ਰਕਾਸ਼ ਦੇ ਭਾਈ ਰਤਨ ਸਿੰਘ ਭੰਗੂ ਜੀ ਦੇ ਬੋਲ ਨੇ ਕਿ ਦੀਵਾਨ ਦਰਬਾਰਾ ਸਿੰਘ ਉਸ ਵਕਤ ਜੋ ਕਿ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਸਨ ਔਰ ਬੁੱਢਾ ਦਲ ਦੇ ਉਹ ਜਥੇਦਾਰ ਸਨ। ਦੀਵਾਨ ਦਰਬਾਰਾ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਸਜੇ ਹੋਏ ਨੇ, ਤੇ ਨਵਾਬੀ ਲੈ ਕਰਕੇ ਸੁਬੇਗ ਸਿੰਘ ਜੀ ਜੋ ਵਕੀਲ ਸਨ, ਸਰਕਾਰ ਦੀ ਨੌਕਰੀ ਕਰਦੇ ਸਨ, ਉਹ ਜਦੋਂ ਪਹੁੰਚੇ ਤੇ ਦੀਵਾਨ ਦਰਬਾਰਾ ਸਿੰਘ ਜਥੇਦਾਰ ਜੀ ਪਾਸ ਬੇਨਤੀ ਕੀਤੀ ਕਿ ਨਵਾਬ ਬਾਦਸ਼ਾਹ ਨੇ ਭੇਜੀ ਹੈ, ਆਪ ਜੀ ਪ੍ਰਵਾਨ ਕਰੋ। ਤੇ ਦੀਵਾਨ ਦਰਬਾਰਾ ਸਿੰਘ ਕਹਿਣ ਲੱਗੇ ਕਿ ਸਾਨੂੰ ਇਹਨਾਂ ਝੂਠੀਆਂ ਨਵਾਬੀਆਂ ਦੀ ਮੁਹਤਾਜਗੀ ਨਹੀਂ, ਸਾਨੂੰ ਕਲਗੀਆਂ ਵਾਲੇ ਨੇ ਹੰਨੇ ਹੰਨੇ ਪਾਤਸ਼ਾਹੀ ਦਿੱਤੀ ਹੋਈ ਹੈ। ਭਾਵ ਕਿ ਬਾਦਸ਼ਾਹੀ ਨਹੀਂ ਦਿੱਤੀ, ਪਾਤਸ਼ਾਹੀ ਦਿੱਤੀ ਹੈ। ਬਾਦਸ਼ਾਹੀ ਉਹ ਜਿਹਦੀ ਸ਼ਾਹਤ ਦੇ ਵਿੱਚੋਂ ਬਾਦ ਵਿਵਾਦ ਨਿਕਲੇ, ਤੇ ਪਾਤਸ਼ਾਹੀ ਉਹ ਜਿਹਦੀ ਸ਼ਾਹਤ ਦੇ ਵਿੱਚੋਂ ਧੀਆਂ ਭੈਣਾਂ ਦੀ ਪੱਤ ਨਿਕਲੇ, ਜਿਹਦੀ ਸ਼ਾਹਤ ਦੇ ਵਿੱਚੋਂ ਮਜ਼ਲੂਮਾਂ ਦੀ ਪੱਤ ਨਿਕਲੇ। ਦੀਵਾਨ ਦਰਬਾਰਾ ਸਿੰਘ ਜੀ ਨੇ ਕਿਹਾ ਕਿ ਸਾਨੂੰ ਕਲਗੀਆਂ ਵਾਲੇ ਨੇ ਹੰਨੇ ਹੰਨੇ ਪਾਤਸ਼ਾਹੀ ਦਿੱਤੀ ਹੈ। ਪਰ ਜਦੋਂ ਉਹਨਾਂ ਨੇ ਬਾਰ-ਬਾਰ ਬੇਨਤੀ ਕੀਤੀ ਤੇ ਬੁੱਢਾ ਦਲ ਦੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਨੇ ਇਹ ਹੁਕਮ ਕੀਤਾ ਕਿ ਕਪੂਰ ਸਿੰਘ ਉਹ ਘੋੜਿਆਂ ਦੀ ਸੇਵਾ ਬੜੀ ਲਗਨ ਨਾਲ ਕਰਦਾ ਹੈ, ਪੱਖੇ ਦੀ ਸੇਵਾ ਸੰਗਤ ਦੇ ਲਈ ਬਹੁਤ ਲਗਨ ਨਾਲ ਕਰਦਾ ਹੈ, ਨਵਾਬੀ ਦੀ ਪੱਗ ਉਹਨਾਂ ਨੂੰ ਦਿੱਤੀ ਜਾਵੇ। ਤੇ ਜਿਹੜਾ ਬਚਨ ਆਪ ਜੀ ਨੇ ਧਰਮੀ ਪੁਰਖਾਂ ਦਾ ਸੁਣਾਇਆ ਕਿ ਜਦੋਂ ਨਵਾਬ ਕਪੂਰ ਸਿੰਘ ਜੀ ਨੂੰ ਇਹ ਬਚਨ ਕੀਤੇ ਤੇ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਦੀਵਾਨ ਦਰਬਾਰਾ ਸਿੰਘ ਜੀ ਨੇ ਕਿਹਾ, ਪੰਜ ਸਿੰਘ ਇਕੱਠੇ ਹੋਏ, ਪੰਜ ਸਿੰਘ ਸਾਹਿਬਾਨਾਂ ਨੇ ਕਿਹਾ ਤੂੰ ਸਾਨੂੰ ਪੰਥ ਵੱਲੋਂ ਹੁਕਮ ਹੈ। ਤੇ ਨਵਾਬ ਕਪੂਰ ਸਿੰਘ ਕਹਿਣ ਲੱਗੇ ਕਿ ਮੇਰੀ ਇੱਕ ਬੇਨਤੀ ਹੈ ਪੰਥ ਦੇ ਅੱਗੇ। ਤੇ ਸਿੰਘ ਸਾਹਿਬਾਨਾਂ ਨੇ ਪੁੱਛਿਆ ਕਿ ਉਹ ਕੀ ਬੇਨਤੀ ਹੈ। ਤੇ ਨਵਾਬ ਕਪੂਰ ਸਿੰਘ ਨੇ ਕਿਹਾ ਮੈਂ ਇਹ ਨਵਾਬੀ ਜ਼ਰੂਰ ਕਰਾਂਗਾ, ਪਰ ਪਹਿਲਾਂ ਇਹ ਪੰਥ ਦੇ ਪੰਜ ਸਿੰਘਾਂ ਸਾਹਿਬਾਨਾਂ ਦੇ ਚਰਨਾਂ ਨੂੰ ਛੁਹਾਈ ਜਾਵੇ ਤਾਂ ਮੈਂ ਪ੍ਰਵਾਨ ਕਰਾਂਗਾ। ਕਾਰਨ ਪੁੱਛਿਆ ਵੀ ਕਾਰਨ ਕੀ ਹੈ? ਕਹਿੰਦੇ ਕਾਰਨ ਇਹ ਹੈ ਕਿ ਕਿਤੇ ਸੰਸਾਰ ਦੀ ਝੂਠੀ ਬਾਦਸ਼ਾਹਤ ਨੂੰ ਇਹ ਨਾ ਹੋਵੇ ਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਮੀਰੀ ਪੀਰੀ ਨਾਲ ਉੱਚੀ ਹੋ ਗਈ ਹੈ, ਇੱਥੇ ਸਦਾ ਪੀਰੀ ਹੀ ਉੱਚੀ ਰਹੇ। ਵਾਹ, ਬਹੁਤ ਖੂਬ। ਆ ਜਿਹੜਾ ਨੁਕਤਾ ਹੈ ਇਹ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਉਦਾਹਰਨਾਂ ਪੈਦਾ ਕੀਤੀਆਂ ਨੇ ਜੀ,
ਪੀਰੀ ਉੱਚੀ ਰਹਿਣੀ ਚਾਹੀਦੀ ਹੈ। ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਬਚਨ ਕੀਤੇ, ਇਹ ਮੇਰੀ ਪੀਰੀ ਵਾਲੀ ਸਰਕਾਰ ਦਾ ਤਖਤ ਹੈ, ਇੱਥੇ ਸਦਾ ਪੀਰੀ ਉੱਚੀ ਰਹੇਗੀ, ਇੱਥੇ ਪੀਰੀ ਦੇ ਫੈਸਲੇ ਮੇਰੀ ਦੇ ਦਬਾਅ 'ਚ ਨਹੀਂ ਲਏ ਜਾਣਗੇ। ਇਸੇ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧਰਮ ਦਾ ਰਾਜਨੀਤੀ ਦਾ ਸੁਮੇਲ ਬਣਾਇਆ ਕਿ ਗੁਰੂ ਕੇ ਸਿੱਖ ਦੇ ਕੋਲ ਸੰਤ ਬਲ ਵੀ ਹੋਵੇ ਤੇ ਰਾਜ ਬਲ ਵੀ ਹੋਵੇ, ਪਰ ਰਾਜ ਬਲ ਹੋਵੇ ਇਹਦੇ ਧਰਮ ਦੇ ਪ੍ਰਚਾਰ ਲਈ, ਅਧਰਮ ਦੇ ਪ੍ਰਚਾਰ ਲਈ ਨਾ ਹੋਵੇ। ਬਿਲਕੁਲ। ਸੋ ਜਦੋਂ ਮੀਰੀ ਪੀਰੀ ਨੂੰ ਪੂਰੀ ਤਰ੍ਹਾਂ ਪਰਪੱਕ ਕਰਨਾ ਸੀ ਤਾਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉੱਥੇ ਇੱਕ ਬੁੰਗਾ ਤਿਆਰ ਕਰਾਇਆ। ਸੁਦਾ ਸਰੋਵਰ ਤਟ ਵਿਸਾਲ, ਗੁਰੂ ਰਚਿਓ ਬੁੰਗਾ ਤਖਤ ਅਕਾਲ। ਕਿ ਉਸ ਅੰਮ੍ਰਿਤ ਸਰੋਵਰ ਦੇ ਤੱਟ ਦੇ ਉੱਤੇ, ਕਿਨਾਰੇ ਦੇ ਉੱਤੇ, ਭਾਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਡਿਉੜੀ ਦੇ ਬਿਲਕੁਲ ਸਨਮੁਖ ਇੱਕ ਬੁੰਗਾ, ਇੱਕ ਥੜਾ ਤਿਆਰ ਕਰਵਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਤਿਹਾਸ ਦੇ ਵਿੱਚ ਅਕਾਲ ਬੁੰਗਾ ਲਫ਼ਜ਼ ਜਿਹੜਾ ਉਸ ਪਾਵਨ ਪਵਿੱਤਰ ਅਸਥਾਨ ਦੇ ਲਈ ਵਰਤਿਆ ਗਿਆ ਹੈ, ਜਿਸ ਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਕਾ ਕੇ ਸਤਿਕਾਰਦੇ ਆ। ਮਹਾਰਾਜ ਨੇ ਉਹ ਥੜਾ ਤਿਆਰ ਕਰਵਾਇਆ। ਇਤਿਹਾਸ ਦੇ ਬੋਲ ਨੇ ਕਿਸੇ ਕਾਰਨ ਹਾਥ ਲਗਾਇਓ, ਬੂੜਾ ਹੋਰ ਗੁਰਦਾਸ ਬਣਾਇਓ। ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ, ਜੋ ਕਿ ਗੁਰੂ ਘਰ ਦੇ ਬਹੁਤ ਵੱਡੇ ਲਿਖਾਰੀ ਹੋਏ, ਜਿਨ੍ਹਾਂ ਨੇ ਗੁਰੂ ਬਾਣੀ ਲਿਖੀ, ਜਿਨ੍ਹਾਂ ਨੇ ਕਵਿਤ ਲਿਖੇ, ਜਿਨ੍ਹਾਂ ਨੇ ਵਾਰਾਂ ਲਿਖੀਆਂ, ਜਿਨ੍ਹਾਂ ਦੀ ਰਚਨਾ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਦੀ ਪੂੰਜੀ ਕਿਹਾ ਜਾਂਦਾ ਹੈ। ਬਿਲਕੁਲ, ਦੋਨੋਂ ਹੀ ਬ੍ਰਹਮ ਗਿਆਨੀ, ਆਪਾਂ ਕਹਿ ਸਕਦੇ ਹਾਂ ਕਿ ਦੋਨੋਂ ਹੀ ਬ੍ਰਹਮ ਗਿਆਨੀ ਸੀਗੇ, ਦੋਨੋਂ ਹੀ ਬ੍ਰਹਮ ਜੀ, ਦੋਵੇਂ ਬ੍ਰਹਮ ਗਿਆਨੀ। ਪਰ ਇੱਥੋਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਕਾਰਜ ਦੇ ਵਿੱਚ ਕਿਉਂ ਚੁਣਿਆ ਗਿਆ, ਇਹ ਵੀ ਬੜੀ ਵੱਡੀ ਸਿੱਖਿਆ ਹੈ। ਕਿਉਂਕਿ ਵੇਖੋ, ਸੰਸਾਰ ਦੇ ਬਾਦਸ਼ਾਹਾਂ ਦੇ ਤਖਤ ਜਦੋਂ ਬਣਦੇ ਨੇ ਤੇ ਸੰਸਾਰ ਦੇ ਮਜ਼ਦੂਰ, ਸੰਸਾਰ ਦੇ ਮਿਸਤਰੀ, ਸੰਸਾਰ ਦੇ ਕਾਰੀਗਰ ਲਾ ਕੇ ਬਣਾਏ ਜਾਂਦੇ ਆ। ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਤਖਤ ਤਿਆਰ ਹੋ ਰਿਹਾ ਹੈ, ਇਸ ਤਖਤ ਨੂੰ ਤੇ ਤਿਆਰ ਵੀ ਬ੍ਰਹਮ ਬੇਤੇ ਕਰ ਰਹੇ ਨੇ। ਇਸ ਤਖਤ ਨੂੰ ਤਿਆਰ ਵੀ ਉਹ ਧਰਮੀ ਪੁਰਖ ਕਰ ਰਹੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਅਨੰਨ ਸੇਵਕ ਕੀਤੀ। ਬਿਲਕੁਲ। ਸੋ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਅੱਜ ਜਦੋਂ ਵੀ ਸਮਾਜ ਦੇ ਵਿੱਚ ਕੋਈ ਗੱਲ ਕਰਦਾ, ਵੇਖੋ ਭਾਵੇਂ ਅੱਜ ਇਹ ਧਾਰਮਿਕ ਦੇਸ਼ ਕਿਹਾ ਜਾਂਦਾ ਹੈ, ਪਰ ਇਸ ਦੇਸ਼ ਦੇ ਵਿੱਚ ਸਭ ਤੋਂ ਵੱਧ ਜੇਕਰ ਕਿੰਤੂ ਕਟਾਕਸ਼ ਕੀਤੇ ਜਾਂਦੇ ਨੇ, ਹਮੇਸ਼ਾ ਧਰਮ ਦੇ ਉੱਤੇ ਕੀਤੇ ਜਾਂਦੇ ਨੇ। ਪਰ ਇਹ ਸੋਚਣਾ ਚਾਹੀਦਾ ਹੈ ਕਿ ਇਹ ਉਹ ਦੇਸ਼ ਹੈ ਜਿੱਥੇ ਧਰਮੀਆਂ ਮਹਾਂਪੁਰਖਾਂ ਨੂੰ ਬਹੁਤ ਸਤਿਕਾਰ ਦਿੱਤਾ ਗਿਆ, ਪਰ ਜਦੋਂ ਸੱਤਾ ਧਰਮੀਆਂ ਦੇ ਹੱਥ ਦੇ ਵਿੱਚ ਆਈ, ਕਦੇ ਵੀ ਦੇਸ਼ ਦੀ ਰਾਜਨੀਤੀ ਵਿੱਚ ਗਿਰਾਵਟ ਨਹੀਂ ਆਉਂਦੀ। ਇਹ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਭਾਵੇਂ ਆਪਾਂ ਸਤਿਯੁਗ ਤੋਂ ਲੈ ਕਰਕੇ ਵਾਚ ਲਈਏ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਅਕਾਲ ਬੁੰਗੇ ਦੀ ਰਚਨਾ ਕੀਤੀ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਇੱਕ ਥੜਾ ਤਿਆਰ ਕਰਵਾਇਆ ਔਰ ਥੜੇ ਦੇ ਉੱਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰਾਂ ਦਾ ਆਸਣ ਲਾਇਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਸ਼ਸਤਰਾਂ ਦਾ ਸਤਿਕਾਰ ਕਰਨਾ ਸਿਖਾਇਆ। ਜੇ ਗੁਰੂ ਅਰਜਨ ਦੇਵ ਮਹਾਰਾਜ ਨੇ ਪੋਥੀ ਪਰਮੇਸ਼ਰ ਕਾ ਥਾਨ ਪਲੰਗਾ ਤਿਆਰ ਕਰਾ ਕੇ ਪਲੰਗੇ ਦੇ ਉੱਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਦਿ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਇਮਾਨ ਕੀਤਾ ਔਰ ਸਤਿਕਾਰ ਕਰਨਾ ਸਿਖਾਇਆ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰਾਂ ਦਾ ਵੀ ਸਤਿਕਾਰ ਕਰਨਾ ਸਿਖਾਇਆ। ਇਤਿਹਾਸ ਦੇ ਬੋਲ ਨੇ ਕਿ ਸਤਿਗੁਰੂ ਆਪਣੇ ਸ਼ਸਤਰ ਮੰਗਾਏ, ਊਚ ਥਲ ਪਰ ਧੂਫ ਤਕਾਏ। ਮਹਾਰਾਜ ਨੇ ਉੱਚੇ ਥੜੇ ਦੇ ਉੱਤੇ ਸ਼ਸਤਰਾਂ ਦਾ ਸੋਹਣਾ ਆਸਣ ਲਾਇਆ ਔਰ ਸ਼ਸਤਰਾਂ ਦੀ ਪੂਜਾ ਕੀਤੀ, ਸ਼ਸਤਰਾਂ ਨੂੰ ਸਤਿਕਾਰ ਦਿੱਤਾ। ਅੱਜ ਵੀ ਅਕਾਲ ਤਖਤ ਸਾਹਿਬ ਵਿਖੇ ਜਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ, ਤਖਤ ਸ੍ਰੀ ਪਟਨਾ ਸਾਹਿਬ ਵਿਖੇ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨਿਹੰਗ ਸਿੰਘ ਦਲਾਂ ਪੰਥਾਂ ਦੇ ਵਿੱਚ ਅੱਜ ਵੀ ਸ਼ਸਤਰਾਂ ਦਾ ਆਸਣ ਲੱਗਦਾ, ਸ਼ਸਤਰਾਂ ਦਾ ਸਤਿਕਾਰ ਕੀਤਾ ਜਾਂਦਾ, ਸ਼ਸਤਰਾਂ ਦੀ ਸੇਵਾ ਕੀਤੀ ਜਾਂਦੀ ਹੈ। ਤੇ ਮੈਂ ਬੇਨਤੀ ਕਰਦਾ ਵੀ ਅੱਜ ਕੱਲ੍ਹ ਕਈ ਵਾਰ ਧਰਮ ਦੀ ਵਿਦਿਆ ਤੋਂ ਵਾਂਝੇ ਰਹੇ ਹੋਏ ਲੋਕ ਇਹ ਗੱਲ ਕਹਿ ਦਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੁਮਾਲਿਆਂ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਮਾਰਤਾਂ ਦੀ, ਏਸੀਆਂ ਦੀ, ਇਹਨਾਂ ਦੀ ਕੀ ਲੋੜ ਹੈ, ਉਹ ਤਾਂ ਕੇਵਲ ਗਿਆਨ ਹੈ। ਪਰ ਮੈਂ ਬੇਨਤੀ ਕਰਾਂ, ਜੇ ਕੇਵਲ ਗਿਆਨ ਲੈਣ ਵਾਲਾ ਇੱਕ ਜ਼ਰੀਆ ਹੁੰਦਾ ਤੇ ਦੇਸ਼ ਦੇ ਵਿੱਚ ਪਹਿਲਾਂ ਵੀ ਬਹੁਤ ਵੱਡੇ ਵੱਡੇ ਧਾਰਮਿਕ ਗ੍ਰੰਥ ਮੌਜੂਦ ਸਨ। ਪਰ ਭਗਤ ਕਬੀਰ ਜੀ ਕਹਿੰਦੇ ਆ ਵੀ ਲੋਕ ਜਾਣੈ ਇਹੋ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਕੇਵਲ ਗਿਆਨ ਨਹੀਂ, ਇਹ ਬ੍ਰਹਮ ਦੀਆਂ ਗੱਲਾਂ ਨੇ, ਇਹ ਬ੍ਰਹਮ ਨਾਲ ਮਿਲਾਉਂਦੀ ਹੈ, ਇਹ ਬ੍ਰਹਮ ਦਾ ਆਪ ਰੂਪ ਹੈ। ਬਾਣੀ ਉਹੀ ਗੱਲ ਹੈ ਭਾਈ ਸਾਹਿਬ, ਗੱਲ ਉਹੀ ਜਿਹੜੀ ਬਿਲਕੁਲ ਵਿੱਚ ਬਾਣੀ ਅੰਮ੍ਰਿਤ ਸਾਰੇ, ਇੱਥੇ ਸ਼ਕਤੀ ਵੀ ਹੈ, ਸਿਰਫ ਗਿਆਨ ਨਹੀਂ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਕਿ ਬੜਾ ਜ਼ੋਰ ਲੱਗਾ ਹੋਇਆ ਇਸ ਗੱਲ ਤੇ। ਹੁਣ ਕਾਮਰੇਡ ਤਰ੍ਹਾਂ ਤਰ੍ਹਾਂ ਦੇ ਮਖੌਟੇ ਪਾ ਕੇ ਆ ਰਹੇ ਨੇ,
ਮੈਂ ਬੇਨਤੀ ਕਰਦੇ ਹਾਂ ਪਹਿਲਾਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਿੱਖ ਸੰਗਤਾਂ ਨੂੰ ਕਿ ਅੱਜ ਬਾਰ-ਬਾਰ ਧਰਮ ਦੇ ਉੱਤੇ ਕਟਾਕਸ਼ ਕਿੰਤੂ ਕੀਤੇ ਜਾਂਦੇ ਆ, ਪਰ ਮੈਂ ਬੇਨਤੀ ਕਰਾਂ ਵੀ ਜਿਹੜੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੋ ਰਹੀ ਸੇਵਾ ਦੇ ਉੱਤੇ ਕਿੰਤੂ ਕਰਦੇ ਆ, ਉਹਨਾਂ ਨੂੰ ਜਵਾਬ ਤੇ ਬਾਬਾ ਦੀਪ ਸਿੰਘ ਜੀ ਦਾ ਔਰ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਦਾ ਇਤਿਹਾਸ ਹੀ ਭਲੀ ਭਾਂਤੀ ਦੇ ਦਿੰਦਾ ਆ। ਅੱਜ ਦੁੱਧ ਦੀ ਗੱਲ, ਕੱਚੀ ਲੱਸੀ ਦੀ ਗੱਲ ਕੀਤੀ ਜਾਂਦੀ ਹੈ। ਬਾਬਾ ਦੀਪ ਸਿੰਘ ਜੀ ਨੇ ਉਸ ਪ੍ਰਕਰਮਾਂ ਦੇ ਵਿੱਚ ਤੇ ਆਪਣਾ ਖੂਨ ਵੀ ਡੋਲ ਦਿੱਤਾ ਕਿ ਗੁਰੂ ਰਾਮਦਾਸ ਦੇ ਚਰਨਾਂ ਦੇ ਉੱਤੋਂ ਤੇ ਗੁਰੂ ਕਿਆ ਸਿੱਖਾ, ਜੇ ਤੇਰੇ ਖੂਨ ਦੀ ਧਵਾਈ ਵੀ ਹੋ ਜਾਵੇ ਤੇ ਉਹ ਵੀ ਬਹੁਤ ਥੋੜੀ। ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ, ਉਹਨਾਂ ਨੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਜਥੇਦਾਰ, ਉਹਨਾਂ ਨੇ ਵੀ ਆਪਣੇ ਖੂਨ ਦੇ ਨਾਲ ਉੱਥੇ ਉਸ ਸਥਾਨ ਤੇ ਸੇਵਾ ਕੀਤੀ। ਉਸ ਸਥਾਨ ਦੀ ਉਹਦੀ ਮਹਿਮਾ ਕਿੱਡੀ ਵੱਡੀ ਹੈ। ਬਿਲਕੁਲ ਬਿਲਕੁਲ। ਤੁਸੀਂ ਆਪਾਂ ਉਹ ਜਿਹੜਾ ਇਤਿਹਾਸ ਆਪ ਜੀ ਨੇ ਬਾਬਾ ਗੁਰਬਖਸ਼ ਸਿੰਘ ਜੀ ਵਾਲਾ ਸਾਂਝਾ ਕੀਤਾ, ਮਾਤਰ ਕਰੀਬ 30 ਸਿੰਘ ਨੇ ਤੇ ਅਬਦਾਲੀ ਦੀ ਫੌਜ ਚੜ ਕੇ ਆ ਗਈ ਆ ਤੇ ਕੋਈ ਮੁਕਾਬਲਾ ਹੀ ਨਹੀਂ, ਪਰ ਉਹਨਾਂ ਨੇ ਰਣ ਤੱਤੇ ਦੇ ਵਿੱਚ ਜੂਝੇ ਨੇ, 30 ਦੇ 30 ਸ਼ਹੀਦ ਹੋਏ ਨੇ। ਇਹ ਪ੍ਰਕਰਮਾਂ ਜਿਹੜੀਆਂ ਨੇ ਖੂਨ ਦੇ ਨਾਲ ਧੋਤੀਆਂ, ਇੱਕ ਵਾਰੀ ਨਹੀਂ ਕਈ ਵਾਰੀ ਧੋਤੀਆਂ। ਜ਼ਾਲਮਾਂ ਨੇ ਜਦੋਂ ਵੀ ਮੰਗ ਕੀਤੀ ਹੈ, ਗੁਰੂ ਕੇ ਸਿੰਘਾਂ ਨੇ ਆਪਣੀ ਲਹੂ ਦੇ ਨਾਲ ਆਪਣੇ ਗੁਰੂ ਦੇ ਘਰ ਨੂੰ ਨਹਾਇਆ ਵਾ। ਅੱਜ ਜਿਹੜੇ ਜਿਨ੍ਹਾਂ ਨੂੰ ਦੁਖਦਾ ਨਾ ਕੋਈ 2-4 ਕਿਲੋ ਦੁੱਧ, ਉੱਥੇ ਜਿਹੜੇ ਹਜ਼ਾਰਾਂ ਪ੍ਰਾਣੀ, ਲੱਖਾਂ ਪ੍ਰਾਣੀ ਰੋਜ਼ ਲੰਗਰ ਛਕਦੇ ਨੇ, ਤੇ ਆਹ ਕਰੋਨਾ ਦੇ ਦੌਰਾਨ ਪਤਾ ਨਹੀਂ ਕਿੱਥੇ ਕਿੱਥੇ ਲੰਗਰ ਚੱਲਦੇ ਪਏ ਨੇ, ਉਹਨਾਂ ਨੂੰ ਉਹ ਨਹੀਂ ਦਿਖਦੇ। ਇਹ ਜਿਹੜੀਆਂ ਉਹਨਾਂ ਨੂੰ ਆਪਣੇ ਮੁਖੌਟੇ ਹੋਰ ਪਾਏ ਹੁੰਦੇ ਨੇ ਪਹਿਲਾਂ ਜੀ। ਇਹਨੂੰ ਮਾਤਰ ਬੇਨਤੀ ਕਰਾਂ ਕਿ ਭਾਵੇਂ ਸਨਾਤਨ ਮਤ ਦੇ ਵਿੱਚ ਕੋਈ ਆਪਣੀ ਪ੍ਰਭਾਵਨਾ, ਪ੍ਰੇਮ, ਸ਼ਰਧਾ ਦੇ ਵਿੱਚ ਪ੍ਰਮਾਤਮਾ ਦੀ ਸੇਵਾ ਕਰਦਾ, ਭਾਵੇਂ ਕੋਈ ਸਿੱਖ ਧਰਮ ਦੇ ਵਿੱਚ ਸੇਵਾ ਕਰਦਾ, ਭਾਵੇਂ ਇਸਲਾਮ ਮਤ ਦੇ ਵਿੱਚ, ਭਾਵੇਂ ਈਸਾਈ ਮਤ ਦੇ ਵਿੱਚ, ਧਰਮ ਦੀ ਹੋ ਰਹੀ ਸੇਵਾ ਦੇ ਉੱਤੇ ਤੇ ਕਿੰਤੂ ਬਹੁਤ ਜਲਦੀ ਹੋ ਜਾਂਦਾ ਹੈ ਕਿ ਇੱਥੇ ਸੇਵਾ ਕਿਉਂ ਹੋ ਰਹੀ ਹੈ। ਪਰ ਅੱਜ ਤੱਕ ਵੀ ਇਹਨਾਂ ਲੋਕਾਂ ਵੱਲੋਂ ਇਹ ਸਵਾਲ ਨਹੀਂ ਚੁੱਕੇ ਜਾਂਦੇ ਵੀ ਇੱਥੇ ਨਸ਼ਾ ਇੰਨਾ ਕਿਉਂ ਵਿਕ ਰਿਹਾ, ਕਿ ਉਹ ਬਰਬਾਦੀ ਨਹੀਂ ਮਾਇਆ ਦੀ। ਤੇ ਪਰ ਮੈਂ ਬੇਨਤੀ ਕਰਾਂ ਵੀ ਧਰਮ ਦੇ ਉੱਤੇ ਕਟਾਕਸ਼ ਕਰਨ ਨਾਲੋਂ ਪਹਿਲਾਂ ਇਹ ਵੇਖੀਏ ਕਿ ਧਰਮ ਹੈ ਜਿਹੜਾ ਸੰਸਾਰ ਦੇ ਲੋਕਾਂ ਨੂੰ ਆਪਣੀ ਛਾਂ ਦਿੰਦਾ ਹੈ। ਧਰਮ ਹੈ ਜਿਹੜਾ ਸੰਸਾਰ ਦੇ ਵਿੱਚ ਈਰਖਾ ਦਵੇਸ਼ ਨੂੰ ਮੁਕਾਉਂਦਾ ਹੈ। ਧਰਮ ਹੈ ਜਿਹੜਾ ਸੰਸਾਰ ਦੇ ਵਿੱਚ ਹੋ ਰਹੇ ਝਗੜੇ ਨੂੰ, ਅਤਿਆਚਾਰ ਨੂੰ ਦੂਰ ਕਰਦਾ ਹੈ। ਇਸੇ ਕਰਕੇ ਇਸ ਗੁਰੂ ਨੇ ਵੀ ਧਰਮ ਤੋਂ ਮੁਨਕਰ ਨਹੀਂ ਕੀਤਾ। ਇਸੇ ਕਰਕੇ ਪਹਿਲਾਂ ਪੀਰੀ ਦਾ ਸੁਮੇਲ ਕੀਤਾ ਕਿ ਪਹਿਲਾਂ ਤੇਰੇ ਕੋਲ ਧਰਮ ਹੋਵੇ, ਕਿਉਂਕਿ ਜਦੋਂ ਧਰਮ ਦੀ ਨੌਲੇਜ ਹੋਵੇਗੀ, ਧਰਮ ਦਾ ਗਿਆਨ ਹੋਵੇਗਾ, ਤਾਂ ਸੱਚੀ ਗੱਲ ਹੈ ਬੰਦਾ ਸੰਸਾਰ ਦੇ ਵਿੱਚ ਜਦੋਂ ਬੋਲੇਗਾ ਵੀ ਜਾਂ ਸੰਸਾਰ ਨੂੰ, ਸਮਾਜ ਨੂੰ ਸੁਧਾਰਨ ਦੀ ਗੱਲ ਕਰੇਗਾ ਤੇ ਉਹਦੇ ਮੁਖਾਰਬਿੰਦ ਚੋਂ ਨਿਕਲੇ ਹੋਏ ਬੋਲਾਂ ਦਾ ਵੀ ਅਸਰ ਹੋਵੇਗਾ। ਜਦੋਂ ਕੋਈ ਧਰਮੀ ਪੁਰਖ ਬੋਲੇਗਾ, ਧਰਮੀ ਸੱਜਣ ਬੋਲੇਗਾ। ਬਿਲਕੁਲ। ਇਹ ਅੰਦਰੋਂ ਕੁਝ ਹੋਏਗਾ ਨਾ ਜੀ। ਜੇ ਕਿਸੇ ਕੋਲ ਕੋਈ ਚੀਜ਼ ਵਸਤ ਹੈ ਤੇ ਫੇਰ ਹੀ ਉਹ ਕਿਸੇ ਨੂੰ ਦੇ ਸਕਦਾ, ਤੇ ਜਿਹੜਾ ਭਾਂਡਾ ਹੀ ਖਾਲੀ ਹੈ ਉਹ ਥੋਥਾ ਚਨੇ ਬਾਜੇ ਘਣਾ ਵਾਲੀ ਗੱਲ ਜਿਹੜੀ ਹੈ, ਖਾਲੀ ਭਾਂਡਾ ਬਹੁਤਾ ਖੜਕਦਾ। ਅਸਲ 'ਚ ਹਾਲਤ ਇਹ ਆ, ਉਹ ਚਾਹੇ ਕਿਸੇ ਰੂਪ ਦੇ ਵਿੱਚ, ਚਾਹੇ ਉਹ ਚੋਲੇ ਪਾ ਕੇ ਸਿੱਖਾਂ ਦੀਆਂ ਸਟੇਜਾਂ ਦੇ ਉੱਤੇ ਬੈਠ ਕੇ ਪ੍ਰਚਾਰ ਕਰਨ ਵਾਲੇ ਹੋਣ, ਤੇ ਚਾਹੇ ਇਹ ਐਸੇ ਲੋਕ ਜਿਹੜੇ ਕਿ ਜਿਨ੍ਹਾਂ ਦੇ ਕਿ ਮੂੰਹ ਮੱਥਾ ਵੀ ਜਿਹੜਾ ਵਾ ਉਹ ਕੋਈ ਸਿੱਖੀ ਦੇ ਲਾਗੇ ਚਾਗੇ ਦਾ ਨਹੀਂ। ਉਹ ਵੀ ਮੈਂ ਸਮਝਦਾ ਕਿ ਜਿਹੜੀ ਗੱਲ ਆਪ ਜੀ ਨੇ ਸ਼ੁਰੂ 'ਚ ਕੀਤੀ ਸੀ ਵੀ ਜਿਹਦਾ ਜੀ ਕਰਦਾ ਮੂੰਹ ਚੁੱਕ ਕੇ ਤੇ ਇੱਧਰ ਨੂੰ ਬੋਲਣਾ ਸ਼ੁਰੂ ਕਰ ਦਿੰਦਾ, ਪਰ ਔਕਾਤ ਨਹੀਂ ਹੁੰਦੀ ਬੰਦੇ ਨੂੰ, ਆਪਣੀ ਔਕਾਤ ਤੋਂ ਵੱਧ ਗੱਲ ਨਹੀਂ ਕਰਨੀ ਚਾਹੀਦੀ। ਪਹਿਲਾਂ ਬੋਲੇ ਤਾਂ ਉਹ ਕੋਈ ਬਾਬਾ ਦੀਪ ਸਿੰਘ ਵਰਗਾ ਬੋਲੇ, ਕੋਈ ਬਚਨ ਕਰੇ ਤੇ ਸੰਗਤਾਂ ਨਿਹਾਲ ਹੋਣ, ਕੋਈ ਬਾਬਾ ਗੁਰਬਖਸ਼ ਸਿੰਘ ਵਰਗਾ ਬੋਲੇ, ਕੋਈ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵਰਗਾ ਬੋਲੇ, ਤੇ ਇਸ ਪਵਿੱਤਰ ਸਥਾਨ ਤੇ ਬਚਨ ਕਰਨ ਵਾਲੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗਾ ਕੋਈ ਬੋਲੇ ਤੇ ਸੰਗਤਾਂ ਸੁਣਦੀਆਂ ਰਹੀਆਂ ਨੇ। ਪਰ ਉਹ ਨੇੜਤਾ ਵਧਾਉਣ ਵਾਲੀ ਗੱਲ ਹੈ। ਤੇ ਜਿਹੜੇ ਐਸੇ ਨੇ ਜਿਨ੍ਹਾਂ ਨੂੰ ਇਹੀ ਚੁੱਭਦਾ ਹੈ ਕਿ ਗੁਰੂ ਦੀ ਸ਼ੋਭਾ ਕਿਉਂ, ਇਹ ਗੁਰੂ ਦੀ ਸ਼ੋਭਾ ਹੁੰਦੀ ਰਹੀ ਤੇ ਹੁੰਦੀ ਰਹਿਣੀ ਆ। ਇਹ ਕਿਸੇ ਦੇ ਕੋਈ ਬੋਲ ਕਬੋਲ ਦੇ ਨਾਲ ਇੱਥੇ ਕੋਈ ਘਾਟਾ ਨਹੀਂ ਪੈਣਾ। ਝਗੜੇ ਚੁਗਣ ਬੰਦ ਆ ਬੜੇ ਚਿਰਦੇ ਲੱਗੇ ਹੋਏ ਨੇ ਲੋਕ ਇੱਧਰ ਨੂੰ ਮੂੰਹ ਕਰਕੇ ਆਪਣੀ ਬਕਵਾਸ ਕਰਨ, ਪਰ ਇੱਧਰ ਦੀ ਚੜ੍ਹਦੀ ਕਲਾ ਆਪਾਂ ਦੇਖਦੇ ਪਏ ਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇੱਥੇ ਜੁੜਦੀਆਂ ਪਈਆਂ ਨੇ। ਗੁਰੂ ਦੀ ਸਦਾ ਹੀ ਜੈ ਜੈਕਾਰ ਹੋਣੀ ਤੇ ਨਿੰਦਕਾਂ ਦੇ ਮੂੰਹ ਕਾਲੇ ਹੋਣੇ ਨੇ। ਇਹ ਤਾਂ ਪ੍ਰਤੱਖ ਹੀ ਹੈ, ਇਹ ਸਾਡੇ ਸਾਹਮਣੇ ਆ ਜਾਣਾ ਜੀ। ਜੀ ਇਹ ਤਾਂ ਸੱਚ ਹੈ। ਗੁਰੂ ਕੀ ਬਾਣੀ ਦਾ ਫਰਮਾਨ ਹੈ, ਸੱਚਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਉਹ ਸੱਚਾ ਤਾਂ ਆ ਕਿਉਂਕਿ ਉਸ ਤਖਤ ਦਾ ਜੋ ਮਾਲਕ ਹੈ ਉਹ ਸਦਾ ਹੀ ਸੱਚਾ ਹੈ। ਉਹ ਆਦ ਸੱਚ ਹੈ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ।
ਉਹ ਸਦਾ ਹੀ ਸੱਚਾ ਹੈ। ਸੰਸਾਰ ਦੇ ਸੱਤਾਧਾਰੀ ਲੋਕ ਆਉਂਦੇ ਜਾਂਦੇ ਰਹਿਣਗੇ, ਪਰ ਜੋ ਪਰਮਾਤਮਾ ਦਾ ਤਖਤ ਹੈ, ਜੋ ਧਰਮ ਦਾ ਤਖਤ ਹੈ, ਉਹ ਸਦਾ ਕਾਇਮ ਰਹੇਗਾ। ਪ੍ਰਿਥਵੀ ਨਾ ਹੋਵੇਗੀ, ਉਹ ਜੀ। ਤਾਂ ਵੀ ਕਾਇਮ ਰਹੇਗਾ। ਪ੍ਰਿਥਵੀ ਨਹੀਂ ਸੀ, ਉਹ ਤਾਂ ਵੀ ਕਾਇਮ ਸੀ। ਇਸੇ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਸਾਹਿਬ ਔਰ ਮੀਰੀ ਪੀਰੀ ਦਾ ਸਿਧਾਂਤ ਗੁਰੂ ਕਿਆਂ ਸਿੱਖਾਂ ਨੂੰ ਬਖਸ਼ਿਆ। ਇੱਕ ਹੋਰ ਮੈਂ ਬੇਨਤੀ ਕਰਾਂ ਕਿ ਵੇਖੋ, ਜਦੋਂ ਤੇ ਹਰਮੰਦਰ ਸਾਹਿਬ ਦੀ ਨੀਂਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਖਵਾਈ ਤੇ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ। ਵਾਹ। एक विद्वान दे बोलने के हरमंदर की नींव की ईंटें गवाही दे रही हैं कि अहले मज़ाहब में कभी दोस्ती मुस्कुराई थी। जदों धर्म दा स्थान स्थापित कीता, जदों पीरी दा स्थान स्थापित कीता ते उदों भाई मियां मीर उदों भी एक फकीर पासों रखवाई कि कोई धर्म दे नाम ते भी वितकरा ना करे। सब धर्म उस परमात्मा दे साजे ने, परमात्मा दे हुक्म दे विच चल रहे ने। ते जदों महाराज गुरु हरगोबिंद साहब ने अकाल तख्त साहब दी संपादना कीती, स्थापना कीती, ਤੇ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੇ ਹੱਥੋਂ ਕਰਵਾਈ। ਉਹ ਵੀ ਧਰਮੀ ਸੱਜਣਾ ਦੇ ਹੱਥੋਂ ਕਰਵਾਈ ਕਿ ਇਹ ਤਖਤ ਦੇ ਵਿੱਚੋਂ ਵੀ ਸਦਾ ਧਰਮ ਦੀ ਆਵਾਜ਼ ਬੁਲੰਦ ਰਹੇਗੀ, ਪੀਰੀ ਦੀ ਆਵਾਜ਼ ਬੁਲੰਦ ਰਹੇਗੀ। ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸ਼ਸਤਰਾਂ ਦਾ ਆਸਣ ਲਾਇਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਵੇਖੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਗ੍ਰੰਥ ਸਾਹਿਬ ਦਾ, ਪੋਥੀ ਪਰਮੇਸ਼ਰ ਕਾ ਥਾਨ ਦਾ ਸਤਿਕਾਰ ਕਰਨਾ ਸਿਖਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰਾਂ ਦਾ ਸਤਿਕਾਰ ਕਰਨਾ ਸਿਖਾਇਆ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੋਤਰੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਤੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਅੰਕਿਤ ਕਰ ਦਿੱਤਾ ਕਿ ਸ਼ਸਤਰਾਂ ਦਾ ਸਤਿਕਾਰ ਕਿੰਨਾ ਕੀ ਹੈ। ਉਹ ਲਿਖਦੇ ਵੀ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰਤੀਰ ਸਾਹਿਬ ਸਰੋਹੀ ਸਹਿ ਥੀ ਯਹ ਹਮਾਰਾ ਪੀਰ ਤੀਰ ਤੁਹੀ ਸਹਿ ਥੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ ਜਿਤੇ ਅਸਤਰ ਭੇਯੰ ਨਮਸਕਾਰ ਤੇਯੰ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਗੁਰਤਾ ਗੱਦੀ ਤੇ ਸੁਭਾਇਮਾਨ ਹੋ ਕਰਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਉਸ ਗੁਰੂ ਕੀ ਸੰਗਤ ਦੇ ਪੰਥ ਨੂੰ ਇਹ ਬਚਨ ਕੀਤੇ ਕਿ ਅੱਜ ਤੋਂ ਬਾਅਦ ਜਿੱਥੇ ਕੜਾਹ ਪ੍ਰਸ਼ਾਦ ਦੀ ਭੇਟਾ, ਵਸਤਰਾਂ ਦੀ ਭੇਟਾ ਗੁਰੂ ਘਰ ਦੇ ਵਿੱਚ ਤੁਸੀਂ ਲੈ ਕੇ ਆਉਂਦੇ ਹੋ, ਹੁਣ ਤੋਂ ਸੋਹਣੇ ਸੋਹਣੇ ਸ਼ਸਤਰਾਂ ਦੀ ਭੇਟਾ ਵੀ ਗੁਰੂ ਘਰ ਦੇ ਵਿੱਚ ਲੈ ਕੇ ਆਓ। ਜੇ ਗੁਰੂ ਦੀਆਂ ਖੁਸ਼ੀਆਂ ਚਾਹੁੰਦੇ ਹੋ, ਸੋਹਣੇ ਸੋਹਣੇ ਘੋੜੇ ਉਹ ਵੀ ਗੁਰੂ ਘਰ ਦੇ ਵਿੱਚ ਲਿਆ ਕੇ ਭੇਟਾ ਕਰੋ। ਵੇਖੋ ਅੱਜ ਵੀ ਸ੍ਰੀ ਹਜੂਰ ਸਾਹਿਬ ਦੇ ਵਿੱਚ ਗੁਰੂ ਕੇ ਸਿੱਖ ਪ੍ਰੇਮ ਦੇ ਨਾਲ ਸ਼ਸਤਰ ਭੇਟਾ ਕਰਕੇ ਆਉਂਦੇ ਆ। ਅੱਜ ਵੀ ਉੱਥੇ ਜਾਂਦੇ ਨੇ ਤੇ ਘੋੜੇ ਚੜਾ ਕੇ ਆਉਂਦੇ ਨੇ। ਦਲਾਂ ਪੰਥਾਂ ਦੇ ਵਿੱਚ ਅੱਜ ਵੀ ਕਈ ਸਿੱਖ ਸੰਗਤਾਂ ਆਉਂਦੀਆਂ ਨੇ ਸਤਿਗੁਰੂ ਦੀ ਖੁਸ਼ੀਆਂ ਲੈਣ ਦੇ ਲਈ, ਅੱਜ ਵੀ ਘੋੜੇ ਅਰਪਣ ਕਰਦੀਆਂ ਨੇ। ਮੇਰੇ ਕਹਿਣ ਤੋਂ ਭਾਵ ਕਿ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਨੇ, ਪੀਰੀ ਮੀਰੀ ਕਹਿ ਦੇਣਾ ਹੀ ਕੇਵਲ ਸੌਖਾ ਹੈ ਲਫ਼ਜ਼ਾਂ ਦੇ ਨਾਲ, ਪਰ ਉਸ ਪੀਰੀ ਅਤੇ ਮੀਰੀ ਨੂੰ ਸਮਝਣ ਦੇ ਵਿੱਚ ਕਈ ਉਮਰਾਂ ਬੀਤ ਜਾਂਦੀਆਂ ਨੇ। ਤੇ ਆਪਾਂ ਉਹਨਾਂ ਸਥਾਨਾਂ ਵੱਲ ਕਿੰਤੂ ਕਰਦੇ ਹਾਂ ਜਿਨ੍ਹਾਂ ਅਸਥਾਨਾਂ ਦੀ ਸੇਵਾ ਕਰਦੇ ਕਰਦੇ ਕਈ ਯੋਧੇ ਆਪਣੇ ਤਨ ਦੀ ਕੁਰਬਾਨੀ ਕਰ ਗਏ। ਆਪਾਂ ਨੂੰ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਹੈ। ਬਿਲਕੁਲ, ਇਹ ਸੁਚੇਤ ਹੋਣ ਦੀ ਜ਼ਰੂਰਤ ਹੈ। ਤੇ ਜਿਹੜੇ ਇਹ ਸਮਝਦੇ ਨੇ ਕਿ ਸ਼ਾਇਦ ਗੁਰਦੁਆਰੇ ਕੁਛ ਕਿਸੇ ਬੰਦੇ ਨੇ ਬਣਾਏ ਨੇ ਜਾਂ ਲੋਕਾਂ ਨੇ ਬਣਾਏ ਨੇ, ਇਹ ਗੁਰੂ ਸਾਹਿਬ ਜੀ ਦੀ ਮਿਹਰਾਂ ਰਹਿਮਤਾਂ ਨੇ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹਦੀ ਨੀਂਹ ਗੁਰੂ ਸਾਹਿਬ ਜੀ ਨੇ ਖੁਦ ਸਾਈਂ ਮੀਆਂ ਮੀਰ ਵਰਗੇ ਉਹ ਰੱਬ ਦੇ ਪਿਆਰਿਆਂ ਕੋਲ ਰਖਵਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਜਿਹਦੀ ਨੀਂਹ ਜਿਹੜੀ ਹੈ ਬ੍ਰਹਮ ਗਿਆਨੀਆਂ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਖਵਾਈ ਹੈ। ਸੇ ਕਿਸੇ ਬੰਦਿਆਂ ਦੇ ਬਣਾਏ ਹੋਏ ਨਹੀਂ, ਇਹ ਗੁਰੂਆਂ ਦੇ ਬਣਾਏ ਹੋਏ ਆ। ਇਹ ਅਕਾਲ ਦਾ ਜਿਹੜਾ ਤਖਤ ਹੈ ਤੇ ਅਕਾਲ ਦਾ ਜਿਹੜਾ ਘਰ ਆ, ਤੇ ਹਰੀ ਦਾ ਮੰਦਿਰ ਹੈ ਤੇ ਅਕਾਲ ਦਾ ਤਖਤ ਹੈ। ਇਹ ਗੁਰੂ ਸਾਹਿਬਾਂ ਨੇ ਆਪ ਬਖਸ਼ਿਸ਼ਾਂ ਕਰਕੇ ਇਹਨਾਂ ਦਾ ਨਿਰਮਾਣ ਕਰਵਾਇਆ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਜਗ੍ਹਾ ਤੇ ਜਾ ਕਰਕੇ ਗੁਰਸਥਾਨ ਖੁਦ ਸਥਾਪਿਤ ਕਰਵਾਏ ਸਨ। ਸੋ ਇਹ ਧਰਮ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਕਿ ਕੁਝ ਚੰਗੇ ਵਿਦਵਾਨਾਂ ਦੀ ਰਾਏ ਲੈ ਲੈਣੀ ਚਾਹੀਦੀ ਹੈ। ਜੇ ਕਿਸੇ ਕੋਲ ਗਿਆਨ ਨਾ ਹੋਏ ਤੇ ਗੱਲ ਕਰਨੀ ਹੋਏ ਤੇ ਕਿਸੇ ਨੂੰ ਚੰਗੇ ਨੂੰ ਪੜ੍ਹ ਲੈਣਾ ਚਾਹੀਦਾ। ਆਪਣੇ ਦਿਮਾਗ ਤੋਂ ਸਿਰਫ ਕੁਝ ਘਾੜ ਘੂੜ ਕੇ ਤੇ ਆਪਾਂ ਬਾਅਦ 'ਚ ਵਿਵਾਦ ਖੜਾ ਕਰ ਦਿੰਦੇ। ਉਹ ਮੈਂ ਸਮਝਦਾ ਕਿ ਜੇ ਤਾਂ ਉਹ ਵਿਵਾਦ ਡੈਲੀਬਰੇਟਲੀ ਹੈ ਤੇ ਫਿਰ ਉਹ ਸਸਤੀ ਸ਼ੌਹਰਤ ਜਿਹੜੀ ਨਾ ਕਈ ਵਾਰੀ ਬਹੁਤ ਮਹਿੰਗੀ ਪੈ ਜਾਂਦੀ ਹੈ, ਕਿਉਂਕਿ ਰੱਬ ਦੇ ਘਰ ਦੇ ਨਾਲ ਆਡਾ ਲਿਆ ਜਿਹੜਾ ਨਾ ਕਿਸੇ ਨੂੰ ਵੀ ਸੂਤ ਨਹੀਂ ਆ ਸਕਦਾ, ਭਾਵੇਂ ਕੋਈ ਵੀ ਹੈ। ਸੋ ਆਪਾਂ ਨੂੰ ਮੀਰੀ ਪੀਰੀ ਦਿਵਸ ਜਿੱਥੇ ਆਪਾਂ ਮਨਾ ਰਹੇ ਹਾਂ ਉੱਥੇ ਆਪਾਂ ਇਸ ਗੱਲ ਦਾ ਖਿਆਲ ਰੱਖੀਏ ਕਿ ਉਹ ਮੀਰੀ ਪੀਰੀ ਵਾਲਾ ਸਤਿਗੁਰੂ ਵੱਡ ਯੋਧਾ ਬਹੁ ਪਰਉਪਕਾਰੀ, ਉਹ ਜਿੱਥੇ
ਇੱਕ ਅਨਾਥ ਨੂੰ ਪਾਲ ਸਕਦਾ, ਤੇ ਫਿਰ ਜੇ ਉਹ ਅਨਾਥ ਵਿਦਰੋਹ ਤੇ ਆ ਜਾਂਦਾ ਤੇ ਫਿਰ ਉਹਨੂੰ ਤੇਗ ਦੀ ਧਾਰ ਵੀ ਦਿਖਾ ਸਕਦਾ ਹੈ। ਸੋ ਉਸ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਵੋ ਪਰਉਪਕਾਰੀ, ਉਹਨਾਂ ਦਾ ਅੱਜ ਆਪਾਂ ਦਿਹਾੜਾ ਜਿਹੜਾ ਮਨਾ ਰਹੇ ਹਾਂ, ਉਹਦਾ ਗੁਰ ਇਤਿਹਾਸ ਸਾਡੇ ਨਾਲ ਭਾਈ ਸੁਖਜੀਤ ਸਿੰਘ ਘਨਈਆ ਸਾਂਝਾ ਕਰਦੇ ਪਏ ਨੇ। ਸਮਾਂ ਬਹੁਤ ਸੰਕੋਚਵਾਂ ਇਸ ਵਕਤ ਭਾਈ ਸਾਹਿਬ ਸਾਡੇ ਕੋਲ, ਅਖੀਰ ਦੇ ਵਿੱਚ ਕੁਝ ਵਿਚਾਰ ਆਪ ਜੀ ਪਾਸੋਂ। ਹਾਂਜੀ, ਮੈਂ ਮੁੜ ਆਪ ਸਭ ਸੰਗਤਾਂ ਨੂੰ ਬੇਨਤੀ ਕਰਾਂ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 11 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, ਜਿੱਥੇ ਮਹਾਰਾਜ ਨੇ ਤਣ ਦੇ ਉੱਤੇ ਸ਼ਸਤਰ ਸਜਾਏ, 2 ਤਲਵਾਰਾਂ ਸਜਾਈਆਂ, 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਨਾਲ ਸਿਪਾਹੀ ਨੀਲ ਨਾਲ ਗੜਵਾਲਾਂ ਬੋਲਖ ਤਕੀਰ ਦੀ, ਸਾਹਿਬਾ ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਲਵਾਰਾਂ ਸਜਾਈਆਂ, ਪੀਰੀ ਮੀਰੀ ਦਾ ਸਿਧਾਂਤ ਬਖਸ਼ਿਆ, ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਹੋਰ ਮੋੜ ਲਿਆਂਦਾ ਕਿ ਗੁਰੂ ਕਿਆ ਸਿੱਖਾਂ ਨੂੰ ਇਹ ਦਮਾਲੇ ਦੀ ਦਾਤ ਬਖਸ਼ੀ, ਕਿਉਂਕਿ ਪੁਰਾਤਨ ਸਮੇਂ 'ਚ 5 ਪਾਤਸ਼ਾਹੀਆਂ ਨੇ ਪਹਿਲਾਂ ਸ਼ੈਲੀ ਟੋਪੀ ਜਿਹੜੀ ਆਪਣੇ ਸੀਸ ਤੇ ਸਜਾਈ, ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਦਮਾਲਾ ਸਜਾ, ਦਮਾਲੇ ਦੇ ਉੱਤੇ ਵੀ ਸ਼ਸਤਰ ਲਗਾਏ, ਸਜਾ ਜੋ ਦਮਾਲਾ ਛੁਟਾ ਖੂਬ ਫਰਰਾ, ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ 3 ਬਹੁਤ ਵੱਡੇ ਗੁਣ ਗੁਰੂ ਕਿਆ ਸਿੱਖਾਂ ਨੂੰ ਬਖਸ਼ੇ, ਪੀਰੀ ਦਾ, ਮੀਰੀ ਦਾ, ਸੱਤ ਦਾ, ਸੱਤਾ ਦਾ ਤੇ ਸ਼ਸਤਰਧਾਰੀ ਹੋਣ ਦਾ। ਤੇ ਅੱਜ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਵੀ ਇਹ ਬਾਰ-ਬਾਰ ਇਹੋ ਬੇਨਤੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਸਲੀ ਨਮਸਕਾਰ ਇਹੋ ਹੈ, ਤੁਧਨੋਂ ਨੀਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ। ਪਾਤਸ਼ਾਹ ਨੂੰ ਨਮਸਕਾਰ ਹੈ ਕਿ ਪਹਿਲਾਂ ਪੀਰੀ ਆਪਣੇ ਅੰਦਰ ਲਿਆਈਏ ਅੰਮ੍ਰਿਤ ਵੇਲੇ ਉੱਠ ਕਰਕੇ, ਕਿਉਂਕਿ ਅੱਜ ਜਿਹੜਾ ਕਰੋਨਾ ਵਾਇਰਸ ਦਾ ਸਮਾਂ ਚੱਲ ਰਿਹਾ, ਸਾਰੇ ਲੋਕ ਘਰਾਂ ਦੇ ਵਿੱਚ ਬੰਦ ਨੇ। ਇਹਨਾਂ ਸਮਿਆਂ ਦੇ ਵਿੱਚ ਇੱਕ ਦੂਸਰੇ ਦੀ ਭਾਵਨਾ ਭੜਕਾਉਣ ਨਾਲੋਂ ਆਪਾਂ ਘਰਾਂ ਦੇ ਵਿੱਚ ਬੈਠ ਕਰਕੇ ਖੋਜ ਕਰੀਏ ਧਰਮ ਦੇ ਉੱਤੇ, ਆਪਣੇ ਮਨ ਦੀ ਖੋਜ ਕਰੀਏ, ਧਿਆਨ ਲਾਈਏ, ਅਭਿਆਸ ਕਰੀਏ, ਬਾਣੀ ਪੜ੍ਹੀਏ, ਪੀਰੀ ਆਪਣੇ ਅੰਦਰ ਜਗਾਈਏ। ਤੇ ਸੱਚੀ ਗੱਲ ਹੈ, ਗੁਰੂ ਸਾਹਿਬ ਦੇ ਵੀ ਬਚਨ ਨੇ ਕਿ ਹੋ ਖਾਲਸਾ ਤੂੰ ਲੈ ਪਾਤਸ਼ਾਹੀ, ਤੂੰ ਖਾਲਸਾ ਹੋ, ਭਾਵ ਤੂੰ ਪੀਰੀ ਦਾ ਗੁਣ ਧਾਰਨ ਕਰਕੇ ਖਾਲਸਾ ਹੋ, ਤੇ ਪਾਤਸ਼ਾਹੀ ਤੋਂ ਭਾਵ ਮੀਰੀ ਤੇਰੇ ਕੋਲ ਆਪਣੇ ਆਪ ਆ ਜਾਵੇਗੀ। ਮੀਰੀ ਪਿੱਛੇ ਭੱਜਣ ਦੀ ਲੋੜ ਨਹੀਂ, ਰਾਜ ਪਿੱਛੇ ਭੱਜਣ ਦੀ ਲੋੜ ਨਹੀਂ, ਜੇ ਲੋੜ ਹੈ ਫਕੀਰੀ ਪਿੱਛੇ ਭੱਜਣ ਦੀ ਲੋੜ ਹੈ, ਪੀਰੀ ਪਿੱਛੇ ਭੱਜਣ ਦੀ ਲੋੜ ਹੈ। ਸੋ ਆਪਾਂ ਨੂੰ ਪੀਰੀ ਦਾ ਗੁਣ ਧਾਰਨ ਕਰਨਾ ਚਾਹੀਦਾ। ਇਸ ਸਮੇਂ ਦੇ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਔਰ ਤਾਂ ਹੀ ਆਪਾਂ ਸਮਾਜ ਨੂੰ ਸੁਧਾਰ ਸਕਾਂਗੇ। ਜੇ ਪਹਿਲਾਂ ਆਪਾਂ ਆਪਣਾ ਅੰਦਰਲਾ ਸਮਾਜ ਸੁਧਾਰਾਂਗੇ, ਕਿਉਂਕਿ ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਇਹਦੇ ਅੰਦਰ ਜਿਹੜੇ 5 ਚੋਰ ਵਸਦੇ, ਪਹਿਲਾਂ ਉਹਨਾਂ ਨਾਲ ਨਜਿੱਠੀਏ, ਤਾਂ ਹੀ ਬਾਹਰ ਮੁਖੀ ਚੋਰਾਂ ਦੇ ਨਾਲ ਨਜਿੱਠ ਸਕਾਂਗੇ। ਸੋ ਬਿਲਕੁਲ, ਪਹਿਲਾਂ ਆਪਣੇ ਅੰਦਰ ਦੀ ਪੀਰੀ ਜਿਹੜੀ ਆ ਉਹਨੂੰ ਤਗੜਿਆਂ ਕਰੀਏ ਤੇ ਗੁਰੂ ਵੱਲ ਮੁੱਖ ਹੋਏਗਾ। ਤੇ ਮੈਨੂੰ ਬਾਬਾ ਨੰਦ ਸਿੰਘ ਦਾ ਇੱਕ ਛੋਟਾ ਜਿਹਾ ਬਚਨ ਯਾਦ ਹੈਗਾ, ਕਹਿੰਦੇ ਮੁੱਖ ਗੁਰੂ ਵੱਲ ਹੋਏਗਾ ਤੇ ਜਿਹੜੀਆਂ ਚੀਜ਼ਾਂ ਪਿੱਛੇ ਲੋਕੀ ਭੱਜੇ ਫਿਰਦੇ ਨੇ, ਉਹ ਪਰਛਾਵੇਂ ਵਾਂਗੂ ਪਿੱਛੇ ਪਿੱਛੇ ਲੱਗੀਆਂ ਹੁੰਦੀਆਂ ਨੇ। ਉਹ ਮਾਇਆ ਜਿਹੜੀ ਹੈ ਭਗਤਾਂ ਦੀ ਦਾਸੀ ਬਣ ਜਾਂਦੀ ਹੈ। ਸੋ ਆਪਾਂ ਉਸ ਰਾਹ ਚੱਲੀਏ ਜਿਸ ਰਾਹ ਸਾਨੂੰ ਗੁਰੂ ਸਾਹਿਬ ਜੀ ਨੇ ਤੋਰਿਆ। ਸੋ ਇੱਥੇ ਹੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਫਤਿਹ ਅਰਜ਼ ਕਰਦੇ ਹੋਏ ਗੁਰਸੰਗਤਾਂ ਪਾਸੋਂ ਆਗਿਆ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।